जनता पार्टी ने एक कार्यक्रम लिया है 9 साल बेमिसाल। उसके तहत हम व्यापारियों से बात भी करते हैं, संवाद भी करते हैं और कोई मोर्चों से भी करते हैं और कोई ग्रुप होता है, कोई इंटेलेक्चुअल ग्रुप होता है, डॉक्टर्स होते हैं, इंजीनियर्स होते हैं, वकील होते हैं, उनसे भी करते हैं। बाद में अधिकतर मैं सोच रहा हूँ आज व्यापारी वर्ग ज़्यादा था, जिनकी 3-4 डिमांड थी। एक तो सेलर एसोसिएशन की डिमांड थी जो हमारे फूड मिनिस्ट्री से संबंधित, गोयल से संबंधित है, उनका हल जरूर कराएंगे हम एज पर लॉ। मुझे लगता है हल हो जाएगा। दूसरा एक ट्रेन का विषय है कि यहाँ नकोदर से डायरेक्ट ट्रेन अगर मिल जाए तो ज़्यादा यहाँ के व्यापारियों को भी फायदा दिल्ली जाना पड़ता नहीं, तो जलन लोग चढ़ते हैं। ये डिमांड भी मुझे वाजिब लगती है। मैं ज़रूर रेल मंत्री से बात करता हूँ, उनको करके इनकी समस्याओं का समाधान करेंगे। ऐसे कुछ मुद्दे आए हैं जिनकी मैं चर्चा की है, मैंने संवाद किया है। 9 साल बेमिसाल रहे हैं नरेंद्र मोदी जी के, इस विषय पर ही चर्चा की। सर शैफी चावला जी आपके साथ खड़े हैं बीजेपी से, इनके भाई को कत्ल कर दिया गया था, इनको आज तक इंसाफ नहीं मिला। देखिए, लॉ एंड ऑर्डर का विषय भी आज की बैठक में आया। वैसे लॉ एंड ऑर्डर बेसिकली स्टेट सब्जेक्ट होता है, फिर भी हम राज्यपाल जो केंद्र का प्रतिनिधित्व करता है, राज्य के साथ भी उसका सामंजस्य रहता है। हम जरूर रिपोर्ट मंगाएंगे कई विषयों। सर एक सैलरी देने ਲਈ ਮੰਤਰੀਆਂ ਦੀ ਡਿਊਟੀ ਲਗਾਈ ਹੈ ਪੰਜਾਬ 'ਚ, ਜਿੱਦਾਂ ਕਲਸਟਰ ਬਣਾਏ ਆ। ਇੱਕ ਕਲਸਟਰ ਆ ਜਿਸ 'ਚ ਅਰਜੁਨ ਮੇਘਵਾਲ ਜੀ 3 ਲੋਕ ਸਭਾ ਨੂੰ ਦੇਖਦੇ, ਗੁਰਦਾਸਪੁਰ, ਅੰਮ੍ਰਿਤਸਰ, ਜਲੰਧਰ, ਤੇ ਉਸ ਕਲਸਟਰ ਦਾ ਇੰਚਾਰਜ ਮੈਂ ਜਨਰਲ ਸੈਕਟਰੀ ਹੋਣ ਦੇ ਨਾਤੇ ਮੈਨੂੰ ਵੀ ਨਾਲ ਲਗਾਇਆ। ਤੇ ਅੱਜ ਇਸ ਕਲਸਟਰ ਦੇ ਵਿੱਚ ਪਹਿਲਾਂ ਸਵੇਰੇ ਜਿਹੜਾ ਯੋਗਾ ਕੀਤਾ ਇਹਨਾਂ ਨੇ, ਤੇ ਉਸ ਤੋਂ ਬਾਅਦ ਇੱਕ ਸੋਸ਼ਲ ਮੀਡੀਆ ਇਨਫਲੂਐਂਸਰ ਦੀ ਬੈਠਕ ਸੀ, ਹੁਣ ਇੱਥੇ ਵਪਾਰੀਆਂ ਦੀ ਬੈਠਕ ਸੀ। ਇੱਦਾਂ ਇਹ ਵੱਖ-ਵੱਖ ਜਗ੍ਹਾ 'ਤੇ ਜਾ ਕੇ ਬੈਠਕਾਂ ਕਰ ਰਹੇ ਆ, ਲੋਕਾਂ ਦੀ ਗੱਲ ਸੁਣ ਰਹੇ ਆ। ਜਿਹੜੀਆਂ ਸਕੀਮਾਂ ਨਹੀਂ ਲਾਗੂ ਹੋ ਰਹੀਆਂ ਉਹ ਕੇਂਦਰ ਵੱਲੋਂ ਫਿਰ ਗੱਲਬਾਤ ਕਰਨਗੇ ਸਰਕਾਰ ਨਾਲ, ਕਿਉਂਕਿ ਬਹੁਤ ਸਾਰੀਆਂ ਸਕੀਮਾਂ ਆ। ਜਿੱਦਾਂ ਹੁਣ ਸਾਨੂੰ ਪਹਿਲਾਂ ਪਤਾ ਲੱਗਾ ਵੀ ਕਈਆਂ ਦੇ ਆਪਾਂ ਨੂੰ ਆਯੁਸ਼ਮਾਨ ਭਵ ਕਾਰਡ ਆ, ਜਿਹਨੂੰ ਮੋਦੀ ਕਾਰਡ ਵੀ ਕਹਿੰਦੇ ਆ, ਬਹੁਤ ਸਾਰੇ ਹਸਪੀਟਲ ਪੰਜਾਬ ਚਲਾਉਂਦੇ ਨਹੀਂ ਆ। ਕਾਰਨ ਕੀ ਆ? ਉਹ ਕਹਿੰਦੇ ਸਾਨੂੰ ਪੈਸਾ ਨਹੀਂ ਮਿਲਿਆ। ਜੋ ਅੱਜ ਸਾਨੂੰ ਜਾਣਕਾਰੀ ਮਿਲੀ ਆ ਕਿ ਲੋਕਾਂ ਨੇ ਸ਼ਿਕਾਇਤਾਂ ਕੀਤੀਆਂ, ਫਿਰ ਕੱਚੇ ਮਕਾਨਾਂ ਦੇ ਪੈਸੇ ਨਹੀਂ ਮਿਲ ਰਹੇ, ਫਿਰ ਕਈਆਂ ਨੂੰ ਰਾਸ਼ਨ ਕਾਰਡ ਕੱਢ ਦਿੱਤੇ ਗਏ ਆ। ਬਹੁਤ ਸਾਰੇ ਮੋਦੀ ਮੰਤਰੀ ਜੀ ਨੂੰ ਲੋਕਾਂ ਨੇ ਸ਼ਿਕਾਇਤਾਂ ਦਿੱਤੀਆਂ। ਇਹਨਾਂ ਨੇ ਵਿਸ਼ਵਾਸ ਦਿਵਾਇਆ ਵੀ ਭਾਰਤ ਸਰਕਾਰ ਵੱਲੋਂ ਇਹਨਾਂ ਨੂੰ ਪੁੱਛਿਆ ਜਾਊਗਾ ਵੀ ਜੇ ਸਰਕਾਰ ਥੱਲੇ ਭੇਜ ਰਹੀ ਹੈ ਸਮਾਨ, ਥੱਲੇ ਕਿਉਂ ਨਹੀਂ ਉਹ ਪਹੁੰਚਾਇਆ ਜਾ ਰਿਹਾ। ਇਹ ਵੀ ਇੱਕ ਚੰਗੀ ਗੱਲ ਆ ਵੀ ਜਿਹੜਾ ਸਰਕਾਰ ਉੱਪਰੋਂ ਚੈੱਕ ਕਰ ਰਹੀ ਆ, ਪਤਾ ਕਰ ਰਹੀ ਆ ਵੀ ਕੀ ਗਰੀਬਾਂ ਨੂੰ ਜਿਹੜਾ ਸਹੂਲਤਾਂ ਮਿਲਣੀਆਂ ਚਾਹੀਦੀਆਂ ਮਿਲ ਰਹੀਆਂ ਕਿ ਨਹੀਂ ਮਿਲ ਰਹੀਆਂ। ਅੱਜ ਇਸੇ ਸੰਬੰਧ ਵਿੱਚ ਲੈ ਕੇ 9 ਸਾਲ ਬੇਮਿਸਾਲ ਦੇ ਸੰਬੰਧ ਵਿੱਚ ਨਕੋਦਰ ਦੇ ਵਿੱਚ ਅੱਜ ਕਾਰਜਕ੍ਰਮ ਸੀ। ਸਰ ਅਰਜੁਨ ਰਾਮ ਜੀ ਕੇਂਦਰੀ ਮੰਤਰੀ ਜਿਹੜੇ ਕਾਨੂੰਨ ਮੰਤਰੀ ਆ, ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਬਾਰੇ ਤੁਹਾਡੀ ਗੱਲਬਾਤ ਹੋਈ ਉਹਨਾਂ ਨਾਲ? ਹਾਂ, ਉਹਨਾਂ ਨਾਲ ਇਹ ਵੀ ਗੱਲ ਹੋਈ ਆ ਵੀ ਜੋ ਪੰਜਾਬ ਦੀ ਕਾਨੂੰਨ ਵਿਵਸਥਾ ਵਿਗੜੀ ਹੋਈ ਆ, ਡੇਲੀ ਗੋਲੀ ਚੱਲਦੀ ਆ। ਖਾਸ ਕਰਕੇ ਸਾਡਾ ਜਲੰਧਰ ਦਿਹਾਤੀ ਦੇ ਲੋਕ ਬਹੁਤ ਡਰੇ ਹੋਏ ਆ। ਉਹਨਾਂ ਨੂੰ ਦੱਸਿਆ ਗਿਆ, ਉਹਨਾਂ ਨੇ ਵੀ ਕਿਹਾ ਵੀ ਇਹਦੇ 'ਤੇ ਵੀ ਅਸੀਂ ਪੁੱਛਾਂਗੇ ਵੀ ਇਹ ਕਿਉਂ ਹੋ ਰਿਹਾ ਇਸ ਤਰ੍ਹਾਂ। ਤੇ ਉਹ ਇੱਕ ਚੰਗੀ ਗੱਲ ਵੀ ਸਾਡੀ ਕੋਈ ਗੱਲ ਸੁਣਨ ਵਾਸਤੇ ਆ ਗਿਆ, ਤੇ ਉਹ ਲੋਕਤੰਤਰ ਦੇ ਮੁਤਾਬਕ ਹੀ ਮਸਲਾ ਹੱਲ ਹੋ ਸਕਦਾ, ਕਿਉਂਕਿ ਉਹ ਹਰੇਕ ਸਟੇਟ ਗਵਰਨਮੈਂਟ ਦਾ ਵੀ ਅਦਾਰਾ ਜਿਹੜਾ ਉਹਦਾ ਅਧਿਕਾਰ ਹੁੰਦਾ, ਉਹ ਲਾ ਐਂਡ ਆਰਡਰ ਉਹਦਾ ਅਧਿਕਾਰ ਆ। ਪਰ ਇਹ ਪੁੱਛਣਗੇ ਜ਼ਰੂਰ, ਇਹ ਗੱਲ ਇਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ। ਅਗਰ ਜੇਕਰ ਗੱਲ ਕਰੀਏ 2024 ਦੀਆਂ ਜਿਹੜੀਆਂ ਲੋਕ ਸਭਾ ਚੋਣਾਂ ਹੋ ਰਹੀਆਂ ਨੇ, ਕੀ ਇਸ ਤਰ੍ਹਾਂ ਜਿਹੜੇ ਵਪਾਰ ਸੰਮੇਲਨ ਕਰਕੇ ਬੀਜੇਪੀ ਦੀ ਸਰਕਾਰ ਬਣ ਸਕਦੀ ਹੈ? ਦੇਖੋ, ਹਰੇਕ ਵਰਗ ਨਾਲ ਮਿਲਣਾ ਪੈਣਾ, ਵਪਾਰੀਆਂ ਨਾਲ ਮਿਲਣਾ ਪੈਣਾ, ਗਰੀਬਾਂ ਨਾਲ ਮਿਲਣਾ ਪੈਣਾ, ਸ਼ਡਿਊਲ ਕਾਸਟਾਂ ਨਾਲ ਮਿਲਣਾ ਪੈਣਾ, ਬੈਕਵਰਡ ਨਾਲ ਮਿਲਣਾ ਪੈਣਾ, ਕਿਸਾਨਾਂ ਨਾਲ ਮਿਲਣਾ ਪੈਣਾ। ਹਰੇਕ ਵਰਗ ਦੇ ਕੋਲ ਪਾਰਟੀ ਆਪ ਜਾਵੇ, ਹਰੇਕ ਦੀ ਸਮੱਸਿਆ ਹੱਲ ਕਰੇ, ਉਹਨਾਂ ਦੀ ਸਮੱਸਿਆ ਚੁੱਕੇ। ਜੇ ਪੰਜਾਬ ਸਰਕਾਰ ਮਸਲੇ ਨਹੀਂ ਹੱਲ ਕਰਦੀ, ਫਿਰ ਸਰਕਾਰ ਵਿਪਕਸ਼ ਕੋ ਇਹੀ ਮੁੱਦਾ ਹੁੰਦਾ ਕਿ ਉਹਦਾ ਵਿਰੋਧ ਕਰਕੇ ਫਿਰ ਉਹਨੂੰ ਜਗਾਵੇ ਤੇ ਉਹ ਤੋਂ ਮਸਲੇ ਹੱਲ ਕਰਾਵੇ। ਸਰ ਇਹਦੇ ਵਾਸਤੇ ਲੱਗੇ ਆ। ਸਰ ਨੌਜਵਾਨ ਪੀੜ੍ਹੀ ਅੱਜ ਦੀ ਇੱਥੇ ਰਹਿ ਕੇ ਖੁਸ਼ ਨਹੀਂ, ਬਾਹਰ ਨੂੰ ਜਾ ਰਹੀ ਆ, ਉਹਦਾ ਕੀ ਕਾਰਨ ਮੰਨਦੇ ਜੀ? ਦੇਖੋ, ਇੱਕ ਪੰਜਾਬ ਦਾ ਸਭ ਤੋਂ ਵੱਡਾ ਮੁੱਦਾ ਜਿਹੜਾ ਨਸ਼ਾ ਹੈ, ਬਹੁਤ ਜ਼ਿਆਦਾ। ਤੁਸੀਂ ਵੀ ਆਪਾਂ ਭੈਣ ਭਰਾ ਜਿੰਨੇ ਵੀ ਆ, ਅੱਜ ਡਰਦੇ ਵੀ ਸਾਡਾ ਬੱਚਾ ਵਿਗੜ ਨਾ ਜਾਵੇ, ਇਸ ਲਈ ਥੋੜੇ ਵਾਲੇ ਪੈਸੇ ਚਾਹੇ ਕਰਜ਼ਾ ਚੁੱਕ ਕੇ ਇਹਨੂੰ ਬਾਹਰ ਭੇਜ ਦਈਏ ਕਿਸੇ ਨਾ ਕਿਸੇ। ਹਰ ਮਾਂ-ਬਾਪ ਤੋਂ ਕਾਹਲੀ ਆ ਪਈ ਵੀ ਜਲਦੀ ਕੱਢ ਦਿਓ ਵੀ ਇੱਥੇ ਵਿਗੜ ਨਾ ਜਾਵੇ। ਮੈਨੂੰ ਲੱਗਦਾ ਵੀ ਜਿੰਨੀ ਦੇਰ ਨਸ਼ੇ ਦਾ ਹੱਲ ਨਹੀਂ ਕੀਤਾ ਜਾਂਦਾ, ਪੰਜਾਬ ਦੀ ਮਾਈਗ੍ਰੇਸ਼ਨ ਨੂੰ ਰੋਕਣਾ ਮੁਸ਼ਕਿਲ ਆ। ਇਸ ਵਾਸਤੇ ਹੁਣ ਅਮਿਤ ਸ਼ਾਹ ਜੀ ਨੂੰ ਅਸੀਂ ਜਦੋਂ ਗੁਰਦਾਸਪੁਰ ਆਏ ਸੀ, ਉਹਨਾਂ ਨੂੰ ਬੇਨਤੀ ਕੀਤੀ ਸੀ ਪੰਜਾਬ ਦਾ ਨਸ਼ੇ ਦਾ ਹੱਲ ਕਰੋ, ਤੇ ਉਹਨਾਂ ਨੇ ਕਿਹਾ ਵੀ ਸਾਨੂੰ ਇੱਕ NCB ਦਾ ਜਿਹੜਾ ਸੈਂਟਰ ਆ ਉਹ ਪੰਜਾਬ 'ਚ ਖੋਲ੍ਹਣ ਜਾ ਰਹੇ ਆ। 1 ਮਹੀਨੇ ਦੇ ਵਿੱਚ ਉਹਨੇ ਸਾਨੂੰ ਵਿਸ਼ਵਾਸ ਦਿਵਾਇਆ, ਜਿਹਦਾ ਬਹੁਤ ਸਾਰੇ ਜਥੇਬੰਦੀਆਂ ਨੇ ਸਵਾਗਤ ਕੀਤਾ ਬਹੁਤ ਵੱਡਾ, ਵੀ ਇਹ ਇੱਕ ਚੰਗਾ ਕਦਮ ਹੋ ਜਾਊਗਾ। ਜੇ ਕਿਤੇ ਖੁੱਲ੍ਹ ਜਾਂਦਾ, ਮੈਨੂੰ ਲੱਗਦਾ ਪੰਜਾਬ 'ਚ ਨਸ਼ੇ ਨੂੰ ਠੱਲ ਪਾਉਣ ਲਈ ਬਹੁਤ ਵੱਡਾ ਕਦਮ ਹੋਊਗਾ। ਇਹ ਇੱਕ ਸਾਡੇ ਨੌਜਵਾਨਾਂ ਨੂੰ ਬਚਾਉਣ ਲਈ ਬਹੁਤ ਵੱਡਾ ਇੱਕ ਕਦਮ ਹੋਊਗਾ। ਮੈਨੂੰ ਲੱਗਦਾ ਇਹਦੇ ਕਾਰਨ ਸਾਡੇ ਪੰਜਾਬ ਦਾ ਨੌਜਵਾਨ ਬਚ ਜਾਊਗਾ। ਬਹੁਤ ਬਹੁਤ ਸ਼ੁਕਰੀਆ। ਦੇਖੋ ਜੀ, ਅੱਜ ਸਭ ਤੋਂ ਪਹਿਲਾਂ ਜਿਹੜੇ ਦੇਸ਼ ਦੇ ਕਾਨੂੰਨ ਮੰਤਰੀ ਨੇ ਅਰਜੁਨ ਰਾਮ ਜੀ ਮੇਘਵਾਲ ਸਾਹਿਬ,
ਅੱਜ ਅਚੇਚੇ ਤੌਰ ਤੇ ਸਾਡੇ ਨਕੋਦਰ ਹਲਕੇ ਦੇ ਵਿੱਚ ਪਹੁੰਚੇ। ਸਵੇਰੇ ਉਹਨਾਂ ਨੇ ਅਚੇਚੇ ਤੌਰ ਤੇ ਨੂਰਮਹਿਲ ਦੇ ਵਿੱਚ ਸ਼ਿਰਕਤ ਕੀਤੀ ਔਰ ਹੁਣ ਸ਼ਾਮ ਦੀ ਕਿਹੜੀ ਸੀ ਵਪਾਰ ਮੰਡਲ ਦੀ ਮੀਟਿੰਗ ਸੀ ਸਾਡੀ, ਉਹਦੇ ਵਿੱਚ ਸ਼ਿਰਕਤ ਕੀਤੀ ਔਰ ਵਪਾਰੀਆਂ ਨਾਲ ਗੱਲ ਕੀਤੀ। ਉਹਨਾਂ ਨੇ ਬਹੁਤ ਵੱਡੀ ਗੱਲ ਕੀਤੀ ਕਿ ਕਿਹੜੀ ਭਾਰਤੀ ਜਨਤਾ ਪਾਰਟੀ ਹੈ, ਜਿੰਨੀ ਲੀਡਰਸ਼ਿਪ ਹੈ, ਚਾਹੇ ਜ਼ਿਲ੍ਹਾ ਅਧਿਕਸ਼ ਨੇ, ਮੰਡਲ ਅਧਿਕਸ਼ ਨੇ, ਇਹ ਇੱਕ ਮੀਡੀਏਟਰ ਦਾ ਰੋਲ ਪਲੇ ਅਦਾ ਕਰਨਗੇ ਲੋਕਾਂ ਦੇ ਵਿੱਚ ਔਰ ਸਰਕਾਰ ਦੇ ਵਿੱਚ। ਅੱਜ ਮੰਤਰੀ ਜੀ ਆਏ ਨੇ, ਲੋਕਾਂ ਦੀਆਂ ਮੰਗਾਂ ਸੀ, ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਕਿਹੜੀਆਂ ਤੁਹਾਡੀਆਂ ਮੁਸ਼ਕਲਾਂ ਨੇ। ਮੈਂ ਹਰ ਵਕਤ ਦਿੱਲੀ ਹੁੰਨਾ, ਕਿਸੇ ਤਰ੍ਹਾਂ ਦੀਆਂ ਵੀ ਤੁਹਾਡੀਆਂ ਮੁਸ਼ਕਲਾਂ ਨੇ ਉਹਨਾਂ ਨੂੰ ਹੱਲ ਕਰਨ ਲਈ ਜਿਹੜੀ ਭਾਰਤੀ ਜਨਤਾ ਪਾਰਟੀ ਨਰਿੰਦਰ ਮੋਦੀ ਜੀ ਦੀ ਜਿਹੜੀ ਸਰਕਾਰ ਹੈ ਵਚਨਬੱਧ। ਤੇ ਇਸ ਤਰ੍ਹਾਂ ਜਿੱਦਾਂ ਕਿ ਜੋ ਆਉਣ ਵਾਲੀ 2024 ਦੀ ਚੋਣ ਆ, ਮੈਂ ਇਸ ਨੂੰ ਇਹ ਕਹਿ ਸਕਦਾ ਹਾਂ ਕਿ ਕਿਤੇ ਨਾ ਕਿਤੇ ਤਿਆਰੀ ਚੱਲ ਰਹੀ ਹੈਗੀ ਆ ਇਸ ਪੱਖ ਨੂੰ ਲੈ ਕੇ। ਦੇਖੋ 2024 ਦੀ ਕਿਹੜੀ ਭਾਰਤੀ ਜਨਤਾ ਪਾਰਟੀ ਦੇ ਇੱਕ ਵਰਕਰ ਦੀ ਤੁਸੀਂ ਜ਼ਰੂਰ ਪਹਿਚਾਣ ਕਰੋਗੇ ਜੀ। ਉਹਦੇ ਲਈ ਚੋਣ ਤੋਂ ਉੱਪਰ, ਦੇਸ਼ ਤੋਂ ਉੱਪਰ ਕੋਈ ਚੀਜ਼ ਨਹੀਂ ਜੀ। ਇੱਕ ਚੋਣ ਬਾਕੀ ਪੋਲੀਟੀਕਲ ਪਾਰਟੀਆਂ ਲਈ ਹੁੰਦੀ ਹੈ ਕਿ ਹੁਣ ਇਲੈਕਸ਼ਨਸ ਆ ਗਏ ਨੇ ਔਰ ਅਸੀਂ ਤਿਆਰੀਆਂ ਕਰ ਲਈਏ, ਪਰ ਭਾਰਤੀ ਜਨਤਾ ਪਾਰਟੀ ਦਾ ਇੱਕੋ ਇੱਕ ਏਜੰਡਾ ਹੈ, ਸਭ ਤੋਂ ਪਹਿਲਾਂ ਦੇਸ਼ ਸੁਰੱਖਿਅਤ ਹੈ, ਸਾਰੇ ਸੁਰੱਖਿਅਤ ਹੈ ਜੀ। ਸੋ ਅੱਜ ਦਾ ਜੋ ਮੈਸੇਜ ਹੈ ਸਾਡੇ ਹਲਕੇ ਲਈ ਆਇਆ, ਨਕੋਦਰ ਲਈ ਆਇਆ, ਚਾਹੇ ਸ਼ਾਹਕੋਟ ਲਈ ਮੰਤਰੀ ਜੀ ਆਏ ਨੇ, ਇੱਕ ਸਾਫ਼ ਮੈਸੇਜ ਸੈਂਟਰ ਸਰਕਾਰ ਦਾ ਆਇਆ। ਜਿਹੜੀਆਂ ਮੁਸ਼ਕਲਾਂ ਨੇ ਸੈਂਟਰ ਸਰਕਾਰ ਕਹਿੰਦੀ ਹੈ ਜੋ ਸਾਡੇ ਕਰਨ ਵਾਲਾ ਹੈ, ਅਸੀਂ ਬਿਲਕੁਲ ਤਿਆਰ ਬੈਠੇ ਨੇ ਲੋਕਾਂ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹਦੇ ਹੱਲ ਕਰਨ ਜੀ। ਮੋਦੀ ਸਰਕਾਰ ਜਿੱਦਾਂ ਕਿ ਪਿਛਲੇ 9 ਸਾਲਾਂ ਤੋਂ ਬਹੁਤ ਹੀ ਕਾਮਯਾਬੀ ਦੇ ਨਾਲ ਸਟੈਪ ਬਾਈ ਸਟੈਪ ਹਰ ਫੀਲਡ ਦੇ ਵਿੱਚ ਕਾਮਯਾਬੀ ਉਹ ਪੂਰੇ ਦੇਸ਼ ਦੇ ਵਿੱਚ ਨਜ਼ਰ ਆ ਰਹੀ ਆ, ਤੇ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ ਜਿਸ ਵਕਤ ਤੁਹਾਡੀ ਨੀਤ ਔਰ ਨੀਤੀ ਸਾਫ਼ ਹੁੰਦੀ ਹੈ ਉਸ ਵੇਲੇ ਦੇਸ਼ ਨਾਲ ਤੁਰਦਾ ਹੈ, ਇਲਾਕਾ ਨਾਲ ਤੁਰਦਾ ਹੈ, ਸ਼ਹਿਰ ਨਾਲ ਤੁਰਦੇ ਨੇ, ਪਿੰਡ ਨਾਲ ਤੁਰਦੇ ਨੇ, ਨਗਰ ਨਾਲ ਤੁਰਦੇ ਨੇ। ਜਿਸ ਵੇਲੇ ਨੀਤ ਨਹੀਂ ਸਾਫ਼ ਹੁੰਦੀ ਤਾਂ ਤੁਸੀਂ ਦੇਖਿਆ ਕਾਂਗਰਸ ਦਾ ਕੀ ਹਾਲ ਹੈ। ਬਹੁਤ ਬਹੁਤ ਥੈਂਕ ਯੂ। ਬਹੁਤ ਬਹੁਤ ਧੰਨਵਾਦ ਜੀ। ਅੱਜ ਜਿਸ ਤਰ੍ਹਾਂ ਕਿ ਨਕੋਦਰ ਵਿਖੇ ਵਪਾਰ ਮੰਡਲ ਤੋਂ ਜੋ ਕਿ ਵਪਾਰੀ ਪ੍ਰਬੁੱਧ ਜਨ ਸੰਮੇਲਨ, ਇੱਕ ਛੋਟੀ ਜਿਹੀ ਮੀਟਿੰਗ ਜਿਹੜੀ ਹੈਗੀ ਆ ਉਹ ਬਹੁਤ ਹੀ ਵੱਡੇ ਲੈਵਲ ਤੇ ਨਜ਼ਰ ਆਈ ਅੱਜ ਅਦਿੱਤਿਆ ਭਟਾਰਾ ਜੀ ਦੇ ਗ੍ਰਹਿ ਵਿਖੇ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਵਿਸ਼ਵ ਭਾਰਤ ਟੀਵੀ ਦੀ ਸਾਰੀ ਟੀਮ ਨੂੰ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਇੱਥੇ ਆ ਕੇ ਮੀਡੀਆ ਕਵਰੇਜ ਦਿੱਤੀ ਤੇ ਬੀਜੇਪੀ ਟੀਮ ਦਾ ਲੋਕਾਂ ਤੱਕ ਮੈਸੇਜ ਪਹੁੰਚਾਉਣ ਦਾ ਜਿਹੜਾ ਕਾਰਜ ਹੈ ਉਹ ਕੀਤਾ। ਤੇ ਅੱਜ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਆ ਵੀ ਨਕੋਦਰ ਸ਼ਹਿਰ ਦੇ ਵਿੱਚ ਭਾਰਤ ਦੇ ਕਾਨੂੰਨ ਮੰਤਰੀ ਜਿਨ੍ਹਾਂ ਨੂੰ ਲੋਕ ਸਮਾਂ ਲਾ ਕੇ ਮਿਲਦੇ ਆ, ਉਹ ਸਾਡੇ ਵਿੱਚ ਅੱਜ ਖੁਦ ਚੱਲ ਕੇ ਆਏ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣ ਕੇ ਉਹਨਾਂ ਨੇ ਪੂਰਾ ਆਸ਼ਵਾਸਨ ਦਿਵਾਇਆ ਕਿ ਅਸੀਂ ਨਕੋਦਰ ਹਲਕੇ ਦੀਆਂ ਜਿਹੜੀਆਂ ਸਮੱਸਿਆਵਾਂ ਆ, ਪੂਰੇ ਪੰਜਾਬ ਦੀਆਂ ਸਮੱਸਿਆਵਾਂ ਵਾ, ਜਿਹੜਾ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਪ੍ਰੋਬਲਮ ਚੱਲ ਰਹੀ ਆ, ਉਹਦੇ ਉੱਤੇ ਚੰਗੀ ਤਰ੍ਹਾਂ ਨਿਰੀਖਣ ਕਰਕੇ ਇਹਦੇ ਉੱਤੇ ਪੂਰੀ ਬਣਦੀ ਜਿਹੜੀ ਕਾਰਵਾਈ ਕੀਤੀ ਜਾਊਗੀ, ਜੋ ਵੀ ਸਮੱਸਿਆਵਾਂ ਦਾ ਹੱਲ ਕੀਤਾ ਜਾਊਗਾ। ਠੀਕ ਹੈ ਜੀ। ਤੇ ਸਾਡੇ ਨਾਲ ਸੋਨੂ ਜੀ ਜੁੜ ਚੁੱਕੇ ਨੇ ਜੋ ਕਿ ਵਪਾਰ ਸੈੱਲ ਤੋਂ ਜ਼ਿਲ੍ਹਾ ਪ੍ਰਧਾਨ ਨੇ। ਤੁਸੀਂ ਅੱਜ ਦਾ ਜੋ ਮੀਟਿੰਗ ਹੋਈ ਆ, ਸੰਮੇਲਨ ਸੀਗਾ, ਇਸ ਬਾਰੇ ਕੀ ਕਹਿਣਾ ਚਾਹੋਗੇ? ਪਹਿਲਾਂ ਤਾਂ ਇੱਥੇ ਮੈਂ ਜਿੰਨੇ ਵੀ ਸਾਡੇ ਆਏ ਪ੍ਰੈਸ ਦੇ ਲੋਕੀ, ਜਿਸ ਤਰ੍ਹਾਂ ਵਿਸ਼ਵ ਭਾਰਤੀ ਟੀਵੀ, ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਕਿ ਇਹ ਸਾਡੀ ਕਵਰੇਜ ਕਰਨ ਆਏ। ਦੂਸਰਾ, ਜਿਸ ਤਰ੍ਹਾਂ ਇਹ ਕਾਨੂੰਨ ਮੰਤਰੀ ਜੀ ਆਏ, ਜਿਸ ਤਰ੍ਹਾਂ ਕੁਝ ਲੋਕਾਂ ਦੀ ਪਿੱਛੇ ਜੇ ਮੰਗਾਂ ਸੀਗੀਆਂ, ਜਿਸ ਤਰ੍ਹਾਂ ਸ਼ੈਲਰ ਵਾਲੇ ਗਏ ਸੀਗੇ, ਉਹ ਕਹਿੰਦੇ ਸੀ ਅਸੀਂ ਪਿਊਸ਼ ਗੋਇਲ ਜੀ ਮੰਤਰੀ ਜੀ ਨੂੰ ਮਿਲਣਾ, ਅਸੀਂ ਆਪਣੀਆਂ ਸਮੱਸਿਆਵਾਂ ਦਾ ਹੱਲ ਕਰਨਾ। ਮੰਤਰੀ ਜੀ ਕਹਿੰਦੇ ਮੈਂ ਇੱਥੇ ਤੁਹਾਡੇ ਕੋਲ ਆ ਰਿਹਾ, ਤੁਸੀਂ ਮੈਨੂੰ ਆਪਣੀਆਂ ਸਮੱਸਿਆਵਾਂ ਦੱਸੋ। ਉਹਨਾਂ ਦੇ ਜਾਣ ਤੋਂ ਪਹਿਲਾਂ ਮੈਂ ਤੁਹਾਡੀਆਂ ਇੱਥੇ ਸਮੱਸਿਆਵਾਂ ਹੱਲ ਕਰਕੇ ਜਾਊਂਗਾ। ਆਪਾਂ ਸਿਰਫ ਉਹਨਾਂ ਦਾ ਧੰਨਵਾਦ ਕਰਨ ਜਾਵਾਂਗੇ। ਅਸੀਂ ਅੱਜ ਤੱਕ ਇੱਦਾਂ ਦੇ ਕੋਈ ਮੰਤਰੀ ਜੀ ਨਹੀਂ ਦੇਖੇ। ਸਾਡੇ ਲੋਕ ਸਭਾ ਇੱਥੋਂ ਹਲਕੇ ਤੋਂ 9 ਸਾਲ ਕਾਂਗਰਸ ਦੇ ਐਮਪੀ ਰਹੇ, ਜਿਨ੍ਹਾਂ ਨੇ ਸਾਡੀ ਨਕੋਦਰ ਦੀ ਪੁੱਛ ਨਹੀਂ ਲਈ। ਉਸ ਤੋਂ ਬਾਅਦ ਅਸੀਂ ਇਹਨਾਂ ਮੰਤਰੀ ਜੀ ਨੇ ਇਹਨਾਂ ਦੇ ਨਿਮਰਤਾ ਨੂੰ ਦੇਖ ਕੇ ਅੱਜ ਜਿਸ ਤਰ੍ਹਾਂ ਸਾਡੇ ਸ਼ਹਿਰ ਵਾਲੇ ਸਾਡੇ ਸਾਰੇ ਇੱਥੇ ਇਕੱਠੇ ਸੀ, ਵਪਾਰੀ ਖਾਸ ਕਰਕੇ ਵਪਾਰੀ ਸੀ, ਉਹ ਤਹਿ ਦਿਲੋਂ ਇਹਨਾਂ ਦਾ ਧੰਨਵਾਦ ਕਰਕੇ ਗਏ ਕਿ ਇੱਦਾਂ ਦੇ ਨਿਮਰਤਾ ਵਾਲੇ ਮੰਤਰੀ ਅਸੀਂ ਪਹਿਲੀ ਵਾਰੀ ਦੇਖੇ ਆ। ਇਸੇ ਤਰ੍ਹਾਂ ਅਸੀਂ ਕਹਿਣਾ ਚਾਹੁੰਦੇ ਆ, ਜਿਸ ਤਰ੍ਹਾਂ ਲੋਕਾਂ ਨੇ ਇਹਨਾਂ ਨੂੰ ਆਪਣੀਆਂ ਸਮੱਸਿਆਵਾਂ ਦੱਸੀਆਂ, ਉਹਨਾਂ ਨੇ ਵੀ ਬੜੇ ਵੱਡੇ ਮਨ ਦੇ ਨਾਲ ਲੋਕਾਂ ਦੀ ਹਰ ਸਮੱਸਿਆਵਾਂ ਦਾ ਹੱਲ ਕਰਨ ਦਾ ਆਸ਼ਵਾਸਨ ਦਿੱਤਾ। ਸੋ ਇਸੇ ਤਰ੍ਹਾਂ ਅਸੀਂ ਮੈਂ ਕਹਿਣਾ ਚਾਹੁੰਦਾ, ਜਿੰਨੇ ਕੁ ਵਪਾਰੀ ਸਾਡੇ ਅੱਜ ਇੱਥੇ ਆਏ ਆ, ਉਹਨਾਂ ਨੇ ਸਾਡਾ ਬਹੁਤ ਸਾਥ ਦਿੱਤਾ, ਬਹੁਤ ਆਪਣੀਆਂ ਮੰਗਾਂ ਰੱਖੀਆਂ।
ਤੇ ਮੰਤਰੀ ਜੀ ਨੇ ਵੀ ਉਹਨਾਂ ਦੀਆਂ ਤਕਰੀਬਨ ਸਾਰੀਆਂ ਮੰਗਾਂ ਦਾ ਹੱਲ ਕਰਨ ਦਾ ਸੋਚਿਆ, ਜਿਨ੍ਹਾਂ ਦੇ ਵਿੱਚ ਸ਼ਾਇਦ ਸਾਡੀ ਨਕੋਦਰ ਦੀਆਂ 2-3 ਸਮੱਸਿਆਵਾਂ ਆ। ਇੱਕ ਜਿਹਦੀ ਅਸੀਂ ਰੇਲਵੇ ਦੀ ਦਿੱਲੀ ਤੱਕ ਟ੍ਰੇਨ ਚਲਾਉਣ ਦੀ ਮੰਗ ਰੱਖੀ ਆ। ਦੂਸਰਾ ਅਸੀਂ ਇਹਦੇ 'ਤੇ ਰੇਲਵੇ ਕ੍ਰੋਸਿੰਗ ਦਾ ਵੀ ਇੱਕ ਰੱਖਿਆ, ਜੋ ਕਿ ਨਕੋਦਰ ਤੋਂ ਜਗਰਾਓਂ ਦਾ ਇੱਕ ਫਾਟਕ ਜਦੋਂ ਬੰਦ ਹੋ ਜਾਂਦਾ ਉੱਥੇ ਘੱਟੋ ਘੱਟ ਘੰਟਾ, ਡੇਢ ਘੰਟਾ ਜਾਮ ਲੱਗਦਾ। ਅਸੀਂ ਉਹਨਾਂ ਨੂੰ ਇੱਕ ਬਾਈਪਾਸ ਦੇ ਥਰੂ ਵੀ ਉਸ ਰੇਲਵੇ ਫਾਟਕ ਦੀ ਕ੍ਰੋਸਿੰਗ ਦਾ ਇੱਕ ਮੰਗ ਪੱਤਰ ਦਿੱਤਾ ਹੈ, ਜੋ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਲਾਇਆ ਅਸੀਂ ਜਲਦੀ ਤੋਂ ਜਲਦੀ ਇਹਨੂੰ ਪੂਰਾ ਕਰਾਂਗੇ। ਕਹਿ ਸਕਦੇ ਹਾਂ ਕਿ ਜੋ ਅੱਜ ਵਪਾਰ ਮੰਡਲ ਆ ਜਾਂ ਕੋਈ ਹੋਰ ਫੀਲਡ ਤੋਂ ਜੋ ਵੀ ਇੱਥੇ ਪਹੁੰਚੇ ਸੀਗੇ, ਉਹਨਾਂ ਦੀਆਂ ਸਮੱਸਿਆ ਦਾ ਸਮਾਧਾਨ ਹੋਣ ਦਾ ਬਹੁਤ ਹੀ ਕਲੋਜ਼ ਜਿਹੜਾ ਹੈਗਾ ਆ, ਆਸ਼ਾ ਦਾ ਇੱਕ ਦੀਪਕ ਜਿਹੜਾ ਹੈਗਾ ਉਹ ਨਜ਼ਰ ਆ ਰਿਹਾ ਹੈਗਾ। ਤੇ ਇਸ ਬਾਰੇ ਕੀ ਕਹਿਣਾ ਚਾਹੋਗੇ? ਦੇਖੋ, ਪਹਿਲਾਂ ਮੰਤਰੀ ਜੀ ਕਿੰਨੀਆਂ ਵੀ ਸਰਕਾਰਾਂ ਆਈਆਂ, ਕੋਈ ਵੀ ਤੁਹਾਡੇ ਦੁਆਰ ਨਹੀਂ ਆਉਂਦੇ ਸੀ। ਆਪਾਂ ਦਿੱਲੀ ਜਾਈਦਾ ਸੀ, ਉਹਨਾਂ ਨੇ ਮਿਲਣ ਨਾ ਮਿਲਣ ਕਈ ਵਾਰੀ ਜਾਣਾ। ਹੁਣ ਦੇਖੋ ਤੁਸੀਂ, ਮੋਦੀ ਸਾਹਿਬ ਨੇ ਇੱਕ ਐਸਾ ਜਿਹਾ ਪ੍ਰੋਗਰਾਮ ਬਣਾਇਆ ਜਿਸ ਦੇ ਵਿੱਚ ਸਾਰੇ ਹੀ ਮੰਤਰੀ ਨਕੋਦਰ ਜ਼ਿਲ੍ਹੇ ਦੇ ਵਿੱਚ ਨਹੀਂ, ਪੂਰੇ ਪੰਜਾਬ ਵਿੱਚ ਨਹੀਂ, ਪੂਰੇ ਹਿੰਦੁਸਤਾਨ ਦੇ ਵਿੱਚ ਘਰ ਘਰ ਜਾ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣ ਰਹੇ ਆ ਤੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰ ਰਹੇ। ਬਹੁਤ ਬਹੁਤ ਧੰਨਵਾਦ ਜੀ। ਸਾਡੇ ਨਾਲ ਯੁਵਾ ਮੋਰਚਾ ਦੇ ਪ੍ਰਧਾਨ, ਜ਼ਿਲ੍ਹਾ ਪ੍ਰਧਾਨ ਸ਼ੈਫੀ ਚਾਵਲਾ ਜੀ, ਜੋ ਕਿ ਉਹਨਾਂ ਨੇ ਵੀ ਪਿਛਲੇ ਦਿਨੀ ਬਹੁਤ ਵੱਡਾ ਘਾਟਾ ਜੋ ਕਿ ਉਹਨਾਂ ਨੂੰ ਹੋਇਆ, ਤੇ ਉਹ ਕਿਤੇ ਨਾ ਕਿਤੇ ਵਪਾਰ ਦੇ ਨਾਲ ਹੀ ਜੁੜੀ ਹੋਈ ਗੱਲ ਹੈ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਕਿੱਥੇ ਤੱਕ ਇਨਸਾਫ ਦੀ ਗੱਲ ਹੈਗੀ ਆ, ਜਾਂ ਕੰਮ ਕਾਰਜ ਨੂੰ ਕਿਸ ਹਿਸਾਬ ਦੇ ਨਾਲ ਸਰਕਾਰਾਂ ਨੇ ਆਏ, ਤੁਹਾਡੇ ਗ੍ਰਹਿ ਵਿਖੇ ਵੀ ਪਹੁੰਚੇ, ਤੇ ਕੀ ਕਿਸ ਲੈਵਲ ਦੇ ਨਾਲ ਦੇਖਦੇ ਹੈਗੇ ਵੀ ਕਿ ਕਿਸੇ ਸਰਕਾਰ ਨੇ ਕੋਈ ਬਾਂਹ ਫੜੀ ਜਾਂ ਕੋਈ ਇਨਸਾਫ ਦੀ ਗੱਲ ਕੀਤੀ ਹੈਗੀ? ਪਹਿਲਾਂ ਤਾਂ ਮੈਂ ਵਿਸ਼ਵ ਭਾਰਤ ਟੀਵੀ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦਾ, ਜਿਨ੍ਹਾਂ ਨੇ ਅੱਜ ਇਸ ਪ੍ਰੋਗਰਾਮ ਦੀ ਕਵਰੇਜ ਕੀਤੀ ਹੈ। ਤੇ ਤੁਹਾਡੇ ਜੋ ਤੁਸੀਂ ਕੁਐਸਚਨ ਕੀਤਾ ਹੈ ਉਹਦਾ ਮੈਂ ਰਿਪਲਾਈ ਦਿੰਦਾ ਕਿ ਜੋ ਪਰਿਵਾਰ ਨਾਲ ਘਟਨਾ ਵਾਪਰੀ ਹੈ, ਸਰਕਾਰ ਦੇ ਨੁਮਾਇੰਦੇ ਆਏ ਤੇ ਆਮ ਆਦਮੀ ਪਾਰਟੀ ਦਾ ਕੋਈ ਵੀ ਨੁਮਾਇੰਦਾ ਘਰੇ ਨਹੀਂ ਆਇਆ, ਕਿਉਂਕਿ ਸਰਕਾਰਾਂ ਉਹੀ ਹੱਲ ਕਰ ਸਕਦੀਆਂ ਨੇ ਜਿਨ੍ਹਾਂ ਦਾ ਸਟੇਟ ਦੇ ਵਿੱਚ ਰਾਜ ਹੈ। ਇਹ ਸਟੇਟ ਦੇ ਵਿੱਚ ਜਿਹੜੀ ਸਰਕਾਰ ਹੈ, ਪੰਜਾਬ ਦੇ ਵਿੱਚ ਜਿਹੜੀ ਸਰਕਾਰ ਹੈ ਆਮ ਆਦਮੀ ਪਾਰਟੀ, ਇਹ ਕਿਸੇ ਵੀ ਇਹਨਾਂ ਦਾ ਨੁਮਾਇੰਦਾ ਘਰੇ ਨਾ ਆਉਂਦੇ ਹੋਏ ਤੇ ਇਹਨਾਂ ਕੋਲ ਤਾਂ ਇਸ ਪਰਿਵਾਰ ਦੇ ਲਈ, ਵਪਾਰੀ ਪਰਿਵਾਰ ਦੇ ਲਈ ਖਾਸ ਕਰਕੇ ਇੱਕ ਦੁੱਖ ਦਾ ਕੋਈ ਟਵੀਟ ਜਾਂ ਕੁਝ ਸੰਦੇਸ਼ ਵੀ ਨਹੀਂ ਦੇ ਹੋਇਆ ਕਿ ਅਸੀਂ ਵਪਾਰੀਆਂ ਨਾਲ ਜਾਂ ਇਸ ਪਰਿਵਾਰ ਨਾਲ ਦੁੱਖ ਸਾਂਝਾ ਕਰ ਲਈਏ। ਹੋਰ ਤਾਂ ਅਸੀਂ ਇਹਨਾਂ ਤੋਂ ਕੀ ਆਸ ਰੱਖਣੀ ਹੈ। ਅੱਜ ਸਾਡੇ ਸ਼੍ਰੀ ਅਰਜੁਨ ਰਾਮ ਮੇਘਵਾਲ ਜੀ, ਅਦਿੱਤਿਆ ਭਟਾਰਾ ਜੀ ਦੇ ਜਦੋਂ ਗ੍ਰਹਿ ਵਿਖੇ ਆਏ ਤੇ ਅਸੀਂ ਉਹਨਾਂ ਨੂੰ ਆਪਣਾ ਦੱਸਿਆ, ਦੁੱਖ ਦੱਸਿਆ ਕਿ ਸਾਡੇ ਨਾਲ ਇਹ ਘਟਨਾ ਵਾਪਰੀ ਹੈ, ਤੇ ਉਹਨਾਂ ਨੇ ਸਾਨੂੰ ਪੂਰਨ ਵਿਸ਼ਵਾਸ ਦਿਵਾਇਆ ਹੈ ਕਿ ਮੈਂ ਤੁਹਾਨੂੰ ਉਸ ਚੀਜ਼ ਦਾ ਪੂਰਾ ਇਨਸਾਫ ਦਿਵਾਵਾਂਗਾ, ਮੈਂ ਰਾਜਿਆਪਾਲ ਨਾਲ ਗੱਲ ਕਰਾਂਗਾ। ਤੇ ਸਾਨੂੰ ਉਹਨਾਂ ਦੇ ਪੂਰਨ ਵਿਸ਼ਵਾਸ ਵੀ ਹੈ, ਕਿਉਂਕਿ ਸਾਨੂੰ ਜਿਹੜੀ ਇੱਥੇ ਪੰਜਾਬ ਦੀ ਸਰਕਾਰ ਹੈ, ਆਮ ਆਦਮੀ ਪਾਰਟੀ, ਭਗਵੰਤ ਮਾਨ ਜੀ ਦੀ ਸਰਕਾਰ, ਇਹ ਬਿਲਕੁਲ ਹੀ ਹੁਣ ਕਾਨੂੰਨ ਦੀਆਂ ਧੱਜੀਆਂ ਉਡਾ ਰਹੀਆਂ ਨੇ। ਕਿਉਂਕਿ ਦੇਖੋ, ਜੇ ਕੋਈ ਵਪਾਰ ਦੇ ਵਿੱਚ ਪੁੱਛਿਆ ਜਾਂਦਾ ਹੈ ਤੇ ਇਹਨਾਂ ਨੂੰ ਬਰਦਾਸ਼ਤ ਨਹੀਂ ਹੈ। ਹੁਣ ਪਿੱਛੇ ਜਿਹੀ ਬੀਤੀ ਦਿਨੀ ਮੋਗੇ ਦੇ ਵਿੱਚ ਘਟਨਾ ਵਾਪਰੀ ਹੈ, ਕੱਲ੍ਹ ਲੁਧਿਆਣੇ ਦੇ ਵਿੱਚ ਵਾਪਰੀ ਹੈ, ਅੱਜ ਪਤਾ ਲੱਗਾ ਹੈ ਕੁਝ ਜਲੰਧਰ ਦੇ ਵਿੱਚ ਵੀ ਕੁਝ ਘਟਨਾ ਵਾਪਰੀ ਹੈ। ਤੇ ਬੀਤੇ ਦਿਨੀ ਦਿਨ ਪ੍ਰਤੀ ਦਿਨ ਰੋਜ਼ ਹੀ ਕੋਈ ਘਟਨਾ ਦੇਖਣ ਨੂੰ ਸੁਣਨ ਨੂੰ ਮਿਲਦੀ ਹੈ ਕਿ ਜਿਹਦਾ ਇਹ ਆਪ ਅੰਦਾਜ਼ਾ ਨਹੀਂ ਲਾ ਸਕਦੇ, ਕਿਉਂਕਿ ਬਾਣੀ ਵਿੱਚ ਵੀ ਲਿਖਿਆ ਹੈ ਜਿਸ ਤਨ ਵਿਸਰੇ ਉਸ ਤਨ ਜਾਣੇ। ਇਹਨਾਂ ਨੂੰ ਕੋਈ ਫਰਕ ਨਹੀਂ ਹੈਗਾ ਜੀ। ਤੇ ਅਸੀਂ ਮੰਤਰੀ ਜੀ ਨੂੰ ਆਪਣੀ ਇੱਕ ਦੱਸਿਆ ਵਾ, ਦੁੱਖ ਤਕਲੀਫ ਦੱਸੀ ਆ, ਤੇ ਉਹਨਾਂ ਨੇ ਇਸ ਨੂੰ ਹੱਲ ਕਰਨ ਦਾ ਸਾਨੂੰ ਪੂਰਨ ਵਿਸ਼ਵਾਸ ਪਾਇਆ। ਪੰਜਾਬ ਦੇ ਵਿੱਚ ਤਾਂ ਲਾਅ ਐਂਡ ਆਰਡਰ ਤਾਂ ਤੁਸੀਂ ਦੇਖੋਗੇ ਦਿਨ ਪ੍ਰਤੀ ਦਿਨ ਅਖਬਾਰ ਦੇ ਪੰਨੇ ਪੜ੍ਹਿਆ ਕਰੋ, ਤੁਹਾਡੇ ਨਿਊਜ਼ ਚੈਨਲਾਂ ਦੇ ਰਾਹੀਂ ਹੀ ਕਿੰਨਾ ਕੁਝ ਸਾਨੂੰ ਦੇਖਣ ਨੂੰ ਮਿਲਦਾ ਹੈ, ਜਿਹੜਾ ਕਿ ਪੰਜਾਬ ਦੇ ਵਿੱਚ ਤਾਂ ਇਸ ਟਾਈਮ ਨਸ਼ੇ ਦੇ ਵਿੱਚ ਤੇ ਗੈਂਗਸਟਰ ਦੇ ਵਿੱਚ ਧੱਜੀਆਂ ਉੱਡ ਰਹੀਆਂ, ਤੇ ਉਹ ਧੱਜੀਆਂ ਦਿਨ ਪ੍ਰਤੀ ਦਿਨ ਵੱਧ ਹੀ ਰਹੀਆਂ ਨੇ। ਕੋਈ ਇਹਨੂੰ ਨੱਥ ਨਹੀਂ ਪਾ ਰਿਹਾ ਹੈ। ਸਰਕਾਰ ਬਿਲਕੁਲ ਹੀ ਫੇਲ ਹੋ ਚੁੱਕੀ ਹੈ। ਤੇ ਮੈਂ ਤਾਂ ਮਾਨ ਸਾਹਿਬ ਨੂੰ ਇਹ ਕਹਿਣਾ ਚਾਹੁੰਦਾ ਹਾਂ, ਮਾਨ ਸਾਹਿਬ ਜਿਹੋ ਜਿਹੇ ਤੁਹਾਡੇ ਧੀ ਪੁੱਤ ਨੇ, ਜਿਹੋ ਜਿਹੇ ਤੁਹਾਡਾ ਪਰਿਵਾਰ ਹੈ, ਬਾਕੀ ਵੀ ਪੰਜਾਬ ਦੇ ਉੱਦਾਂ ਦੇ ਪਰਿਵਾਰ ਨੇ, ਪਲੀਜ਼ ਆਪਣੇ ਪਰਿਵਾਰ ਤੋਂ ਬਾਹਰ ਨਿਕਲ ਕੇ ਬਾਕੀ ਪੰਜਾਬ ਦੇ ਬਾਰੇ ਵੀ ਸੋਚੋ, ਤਾਂ ਕਿ ਪੰਜਾਬ ਖੁਸ਼ਹਾਲ ਹੋ ਸਕੇ। ਵੈਸੇ ਉਹਨਾਂ ਦੇ ਹੱਥ ਵੱਸ ਦੀ ਗੱਲ ਨਹੀਂ ਹੈ। ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਚੈਨਲ ਵਿਸ਼ਵ ਭਾਰਤ ਟੀਵੀ ਦੇ ਨਾਲ ਜੁੜੇ, ਬਹੁਤ ਬਹੁਤ ਮਿਹਰਬਾਨੀ ਜੀ। ਹਾਂਜੀ ਮਨੂ ਜੀ ਹੋ ਜਾਓ ਨਾਲ। ਮਨੂ ਹੋ ਜਾਓ ਨਾਲ।
ਹੋ ਜਾਓ ਸਰ, ਹੋ ਜਾਓ ਨਾ। ਹਾਂਜੀ ਇੱਕ ਮਿੰਟ ਸਰ, ਇੱਕ ਮਿੰਟ ਪਿੱਛੇ ਆ ਜਾਓ ਜੀ। ਟੋਨੀ ਜੀ ਪਿੱਛੇ ਆ ਜਾਓ। ਭਾਜੀ ਪਿੱਛੇ ਆ ਜਾਓ। ਟੋਨੀ ਜੀ ਆ ਜਾਓ ਪਿੱਛੇ। ਭਾਜੀ ਟੋਨੀ ਭਾਜੀ ਥੋੜੇ ਹੋਰ ਆ ਜਾਓ ਪਿੱਛੇ ਨੂੰ, ਹੋਰ ਪਿੱਛੇ ਨੂੰ ਆ ਜਾਓ ਸਰ। ਮਨੂ ਜੀ ਇੱਧਰ ਦੇਖੋ। ਇਸ ਸੰਮੇਲਨ ਦੇ ਮੁੱਖ ਮਹਿਮਾਨ ਸ਼੍ਰੀ ਅਰਜੁਨ ਮੇਘਵਾਲ ਜੀ ਉਹ ਆ ਪਹੁੰਚੇ ਨੇ। ਉਹਨਾਂ ਦਾ ਬੜਾ ਸਵਾਗਤ ਤੇ ਧੰਨਵਾਦ। ਮੈਂ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਪੰਕਜ ਢੀਂਗਰਾ ਜੀ ਉਹ ਜ਼ਿਲ੍ਹਾ ਪ੍ਰਭਾਰੀ ਉਹਨਾਂ ਨੂੰ ਬੇਨਤੀ ਕਰਦਾ ਕਿ ਬੜੇ ਅਦਬ ਮਾਣ ਔਰ ਸਤਿਕਾਰ ਦੇ ਨਾਲ ਸ਼੍ਰੀ ਅਰਜੁਨ ਮੇਘਵਾਲ ਜੀ ਨੂੰ ਆਪਾਂ ਮੰਚ ਤੇ ਲੈ ਕੇ ਆਈਏ। ਠੀਕ ਹੈ ਜੀ ਭਾਜੀ ਹੱਥ ਅਰਜੁਨ ਮੇਘਵਾਲ ਜੀ ਇਹਨਾਂ ਬਾਰੇ ਮੈਂ ਤੁਹਾਨੂੰ ਥੋੜੀ ਜਾਣਕਾਰੀ ਦੇ ਦੇਣੀ ਚਾਹੁੰਦਾ ਕਿਉਂਕਿ ਇਹ ਇਸ ਸਮੇਂ ਭਾਰਤ ਸਰਕਾਰ ਦੇ ਵਿੱਚ ਕਾਨੂੰਨੀ ਮੰਤਰੀ ਔਰ ਸੰਸਕ੍ਰਿਤ ਅਤੇ ਸੰਸਦੀਏ ਕਾਰਜ ਬੋਰਡ ਮੰਤਰੀ ਵੀ ਇਹਨਾਂ ਕੋਲ ਪਰਿਵਾਰ ਸ਼੍ਰੀ ਲਖੂ ਰਾਮ ਜੀ ਮੇਘਵਾਲ ਜੀ ਦੇ ਪਰਿਵਾਰ, ਇਹਨਾਂ ਦੇ ਪਿਤਾ ਜੀ ਦਾ ਨਾਮ ਛੋਟੇ ਜਿਹੇ ਪਰਿਵਾਰ ਗਰੀਬ ਪਰਿਵਾਰ ਦੇ ਵਿੱਚੋਂ ਆਪਣੇ ਬਲਬੂਤੇ ਤੇ ਔਰ ਦੇਸ਼ ਪ੍ਰਤੀ ਸਮਰਪਿਤ ਹੋਣ ਦੇ ਨਾਤੇ ਅੱਜ ਇਸ ਵੱਡੇ ਅਹੁਦੇ ਤੇ ਪਹੁੰਚੇ ਨੇ। ਸੋ ਇਹਨਾਂ ਦਾ ਇੱਥੇ ਸਾਡੇ ਨਕੋਦਰ ਮੰਡਲ ਦੇ ਵਿੱਚ ਆਉਣ ਤੇ ਬੜਾ ਧੰਨਵਾਦ। ਇੱਧਰ ਦੇਖੋ ਜੀ। ਕੈਪਟਨ ਬਲੌਰ ਸਿੰਘ ਜੀ ਸਿਪਾਹੀ ਜਗਰਾ हाँ जी सर, सामने देखियो। ओके ਸਾਡੇ ਜ਼ਿਲ੍ਹੇ ਦੇ ਪ੍ਰਧਾਨ ਸ਼੍ਰੀ ਪੰਕਜ ਢੀਂਗਰਾ ਜੀ ਉਹ ਮੰਚ ਤੇ ਆਉਣ ਤੇ ਆਏ ਹੋਏ ਸਾਡੇ ਸਾਰੇ ਮੁੱਖ ਮਹਿਮਾਨਾਂ ਦਾ ਸਵਾਗਤ ਕਰਨ। ਸ਼੍ਰੀ ਪੰਕਜ ਢੀਂਗਰਾ ਜੀ। ਸਾਡੇ 'ਚ ਵਿਰਾਜਮਾਨ ਕੇਂਦਰੀ ਕਾਨੂੰਨ ਮੰਤਰੀ ਸ਼੍ਰੀ ਅਰਜੁਨ ਰਾਮ ਮੇਘਵਾਲ ਜੀ, ਮੈਂ ਸਵੇਰੇ 4 ਵਜੇ ਦਾ ਇਹਨਾਂ ਦੇ ਨਾਲ ਹੀ ਆ ਔਰ ਅਲੱਗ-ਅਲੱਗ ਕਾਰਜਕ੍ਰਮਾਂ 'ਚ ਇਹਨਾਂ ਦੇ ਨਾਲ ਹਿੱਸਾ ਲਿੱਤਾ। ਨੂਰਮਹਿਲ ਯੋਗਾ ਦਿਵਸ ਹੋਇਆ। ਅਗਰ ਮੈਂ ਆਹ ਕਹਾਂ ਕਿ ਮੰਤਰੀ ਜੀ ਕੇਵਲ ਕਾਨੂੰਨ ਦੀ ਹੀ ਜਾਣਕਾਰੀ ਨਹੀਂ ਰੱਖਦੇ, ਬਲਕਿ ਇਹਨਾਂ ਦਾ ਗਿਆਨ ਅਧਿਆਤਮਿਕ ਗਿਆਨ ਵੀ ਹੈ। ਬਹੁਤ ਵਿਸ਼ਿਆਂ ਤੇ ਇਹਨਾਂ ਨੇ ਬੁੱਕਸ ਲਿਖੀ ਹੈ, ਕਿਤਾਬਾਂ ਲਿਖੀਆਂ। ਸੋ ਇੱਦਾਂ ਦੇ ਸਾਡੇ ਕੇਂਦਰੀ ਮੰਤਰੀ ਸ਼੍ਰੀ ਅਰਜੁਨ ਰਾਮ ਮੇਘਵਾਲ ਜੀ ਦਾ ਮੈਂ ਆਪਣੇ ਜ਼ਿਲ੍ਹਾ ਜਲੰਧਰ ਦਿਹਾਤੀ ਦੇ ਨਕੋਦਰ ਮੰਡਲ ਵਿੱਚ ਆਉਣ ਤੇ ਇਹਨਾਂ ਦਾ ਸਵਾਗਤ ਕਰਦਾ। ਜਿੱਥੇ ਮੈਂ ਇਹਨਾਂ ਦਾ ਸਵਾਗਤ ਕਰਦਾ ਉੱਥੇ ਸਾਡੇ ਲੋਕ ਸਭਾ ਦੇ ਚੁਣਾਵ ਲੜ ਚੁੱਕੇ ਸਰਦਾਰ ਇੰਦਰ ਕਪਾਲ ਅਟਵਾਲ ਜੀ ਔਰ ਸਾਡੇ ਪੰਜਾਬ ਦੇ ਮਹਾ ਮੰਤਰੀ ਸ੍ਰੀ ਰਜੇਸ਼ ਬਾਘਾ ਜੀ, ਉਹਨਾਂ ਦੇ ਨਾਲ ਬੈਠੇ ਸਾਡੇ ਜ਼ਿਲ੍ਹੇ ਦੇ ਪ੍ਰਭਾਰੀ ਰਿਟਾਇਰ ਆਈਜੀ ਔਰ ਉਹਨਾਂ ਦੇ ਨਾਲ ਬੈਠੇ ਵਪਾਰ ਸੈੱਲ ਦੇ ਪ੍ਰਦੇਸ਼ ਦੇ ਅਧਿਕਸ਼ ਸ਼੍ਰੀ ਦਿਨੇਸ਼ ਸਰਪਾਲ ਜੀ ਔਰ ਅਦਿੱਤਿਆ ਪਟਾਰਾ ਜੀ, ਜਿਨ੍ਹਾਂ ਦੇ ਘਰਾਂ ਤੇ ਸਾਰਾ ਕਾਰਜਕ੍ਰਮ ਹੋ ਰਿਹਾ। ਅਲੱਗ-ਅਲੱਗ ਮੋਰਚਿਆਂ ਦੇ ਅਧਿਕਸ਼, ਮੰਡਲਾਂ ਦੇ ਅਧਿਕਸ਼, ਮੇਰੇ ਜ਼ਿਲ੍ਹੇ ਦੀ ਟੀਮ ਔਰ ਖਾਸ ਕਰ ਸਾਡੇ ਜਲੰਧਰ ਦਿਹਾਤੀ ਦੇ ਵਪਾਰੀ ਵਰਗ ਔਰ ਪ੍ਰੈਸ ਦੇ ਸਾਥੀਆਂ ਦਾ ਮੈਂ ਇੱਥੇ ਆ ਕੇ ਨਿੱਘਾ ਸਵਾਗਤ ਕਰਦਾ। ਆ ਜਿਹੜਾ ਕਾਰਜਕ੍ਰਮ ਹੋ ਰਿਹਾ ਵਪਾਰੀ ਵਰਗ ਔਰ ਬੁੱਧੀਜੀਵੀ ਸੰਮੇਲਨ, ਆ ਸਾਡੇ ਕੇਂਦਰ ਵਿੱਚ ਭਾਈ ਨਰਿੰਦਰ ਭਾਈ ਮੋਦੀ ਜੀ ਦੇ 9 ਸਾਲ ਪੂਰੇ ਹੋਣ ਤੇ ਉਪਲਕਸ਼ ਵਿੱਚ ਨਾ ਕੇਵਲ ਸਾਡੇ ਜ਼ਿਲ੍ਹੇ ਵਿੱਚ ਰੱਖਿਆ ਜਾ ਰਿਹਾ, ਬਲਕਿ ਪੂਰੇ ਹਿੰਦੁਸਤਾਨ ਵਿੱਚ ਅਲੱਗ-ਅਲੱਗ ਜ਼ਿਲ੍ਹਿਆਂ 'ਚ ਹਰ ਕਾਰਜਕ੍ਰਮ ਹੋ ਰਿਹਾ। ਔਰ ਭਾਈ ਨਰਿੰਦਰ ਭਾਈ ਮੋਦੀ ਜੀ ਨੇ
ਇਸ 9 ਸਾਲਾਂ 'ਚ ਜੋ ਕੰਮ ਕੀਤੇ ਆ ਉਹਨਾਂ ਬਾਰੇ ਸਾਡੇ ਕੇਂਦਰੀ ਮੰਤਰੀ ਤੁਹਾਨੂੰ ਜ਼ਿਆਦਾ ਜਾਣਕਾਰੀ ਦੇਣਗੇ। ਬਾਕੀ ਸਾਡੇ ਕਾਨੂੰਨ ਮੰਤਰੀ ਜੀ ਆ, ਇੱਥੇ ਇੱਕ ਗੱਲ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਮੰਤਰੀ ਜੀ ਪੰਜਾਬ ਦੀ ਕਾਨੂੰਨ ਵਿਵਸਥਾ ਬਿਲਕੁਲ ਵਿਗੜ ਚੁੱਕੀ ਹੈ। ਦਿਨ ਦਿਹਾੜੇ ਚੋਰੀਆਂ, ਡਾਕੂ, ਕਤਲੇਆਮ ਆਮ ਹੋ ਚੁੱਕਾ ਹੈ। ਸਾਡੇ ਨਕੋਦਰ ਦੇ ਹੀ ਸਾਡੇ ਯੁਵਾ ਮੋਰਚਾ ਦੇ ਅਧਿਕਸ਼ ਟਿੰਮੀ ਚਾਵਲਾ ਦੇ ਬ੍ਰਦਰ ਸ਼ੈਫੀ ਚਾਵਲਾ ਦੇ ਬ੍ਰਦਰ ਟਿੰਮੀ ਚਾਵਲਾ ਜੀ ਦਾ ਸ਼ਰੇਆਮ ਨਕੋਦਰ ਵਿੱਚ ਕਤਲ ਕਰ ਦਿੱਤਾ ਜਾਂਦਾ ਹੈ। ਉਸ ਕਤਲ ਵਿੱਚ ਨਾ ਕੇਵਲ ਟਿੰਮੀ ਚਾਵਲੇ ਦਾ ਕਤਲ ਹੁੰਦਾ, ਉਹਨਾਂ ਨਾਲ ਸਾਡੇ ਪੰਜਾਬ ਪੁਲਿਸ ਦਾ ਵੀ ਇੱਕ ਜਵਾਨ ਸ਼ਹੀਦ ਹੋ ਜਾਂਦਾ ਹੈ। ਪੰਜਾਬ ਪੁਲਿਸ ਦਾ ਮੁਲਾਜ਼ਮ ਜੋ ਕਿ ਸਰਕਾਰੀ ਨੌਕਰੀ ਤੇ ਹੈ ਸ਼ਹੀਦ ਹੁੰਦਾ, ਉਹਨਾਂ ਨੂੰ ਸਰਕਾਰ ਵੱਲੋਂ ਵਿੱਤੀ ਸਹਾਇਤਾ ਮਿਲ ਜਾਂਦੀ ਹੈ। ਪਰ ਸਾਡਾ ਟਿੰਮੀ ਚਾਵਲਾ ਜਿਹੜਾ ਕਿ ਇੱਕ ਦੁਕਾਨਦਾਰ ਹੈ, ਉਹਨੂੰ ਸਰਕਾਰ ਵੱਲੋਂ ਕੋਈ ਵਿੱਤੀ ਸਹਾਇਤਾ ਨਹੀਂ ਮਿਲੀ। ਮੈਂ ਆਪ ਜੀ ਤੋਂ ਮੰਗ ਕਰਦਾ ਕਿ ਉਸ ਪਰਿਵਾਰ ਦੀ ਵੀ ਹੈਲਪ ਕੀਤੀ ਜਾਵੇ। ਔਰ ਮੰਤਰੀ ਜੀ ਸਾਡੇ ਨਕੋਦਰ ਦੀ ਬੜੀ ਪੁਰਾਣੀ ਡਿਮਾਂਡ ਆ ਕਿ ਇੱਥੋਂ ਦਿੱਲੀ ਦੀ ਟ੍ਰੇਨ ਚਲਾਈ ਜਾਵੇ। ਸੋ ਮੈਂ ਇਸ ਤੋਂ ਤੁਹਾਨੂੰ ਮੰਗ ਕਰਦਾ ਕਿ ਦਿੱਲੀ ਦੀ ਟ੍ਰੇਨ ਸਿੱਧੀ ਨਕੋਦਰ ਤੋਂ ਚਲਾਈ ਜਾਵੇ। ਬਾਕੀ ਮੈਂ समय ज़्यादा हो चुका, काफ़ी समय बैठे हैं। ਹੁਣ ਮੈਂ ਅਗਲੀ ਗੱਲ ਆਪਣੇ ਕਨਸ ਕਤਰ ਬਹੁਤ ਬਹੁਤ ਧੰਨਵਾਦ ਕਾਕਾ ਜੀ। ਸੋ ਹੁਣ ਮੈਂ ਬੇਨਤੀ ਕਰਦਾ ਸਾਡੇ ਤਰਲੋਕ ਭਟਾਰਾ ਜੀ ਜੋ ਕਿ ਅਜਿੱਤੇ ਭਟਾਰਾ ਜੀ ਦੇ ਫਾਦਰ ਸਾਹਿਬ ਨੇ, ਸਾਰਾ ਭਟਾਰਾ ਪਰਿਵਾਰ ਨੂੰ ਬੇਨਤੀ ਕਰਦਾ ਕਿ ਉਹ ਮੰਚ ਤੇ ਆਉਣ ਤੇ ਸਾਡੇ ਅੱਜ ਦੇ ਮੁੱਖ ਮਹਿਮਾਨ ਸ਼੍ਰੀ ਅਰਜੁਨ ਮੇਘਵਾਲ ਜੀ ਦਾ ਪੁੱਛ ਪੁੱਛਾ ਉਹ ਲੋਈ ਦੇ ਕੇ ਸਵਾਗਤ ਕਰਨ। ਔਰ ਮੈਂ ਇੱਥੇ ਇੱਕ ਗੱਲ ਸਾਡੇ ਮੰਤਰੀ ਸਾਹਿਬ ਨੂੰ ਦੱਸਣਾ ਚਾਹੁੰਦਾ ਕਿ ਇਹ ਜਿਹੜਾ ਪਰਿਵਾਰ ਹੈ ਜੀ ਤਕਰੀਬਨ 50 ਸਾਲ ਤੋਂ ਸਾਡੀ ਇਸ ਸਮਾਜ ਦੀ ਤੇ ਸਾਡੇ ਇਸ ਸ਼ਹਿਰ ਦੀ ਸੇਵਾ ਕਰ ਰਿਹਾ ਹੈ। ਔਰ ਅੱਜ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋ ਕੇ ਇਹਨਾਂ ਨੇ ਜਿੱਥੇ ਸਾਡੀ ਪਾਰਟੀ ਦਾ ਮਾਣ ਵਧਾਇਆ। ਔਰ ਮੈਨੂੰ ਲੱਗਦਾ ਕਿ ਇਹਨਾਂ ਦੀ ਦੇਖ ਰੇਖ ਦੇ ਵਿੱਚ ਅਸੀਂ ਨਕੋਦਰ ਇਸ ਵਿਧਾਨ ਸਭਾ ਦੀ ਜਿਹੜੀ ਕਾਫੀ ਮਦਦ ਇਹਨਾਂ ਤੋਂ ਲਵਾਂਗੇ। ਔਰ ਵਿਧਾਨ ਸਭਾ ਦੇ ਲਈ ਕਾਫੀ ਜੋ ਜਜ਼ਬਾ ਇਹਨਾਂ ਦਾ ਕੰਮ ਕਰਨ ਦਾ ਉਹ ਸਾਨੂੰ ਇਹਨਾਂ ਤੋਂ ਮਿਲੇਗਾ। ਸੋ ਮੈਂ ਬੇਨਤੀ ਕਰਦਾ ਸਾਡੇ ਅੰਕਲ ਤਰਲੋਕ ਭਟਾਰਾ ਜੀ, ਗੌਰਵ ਭਟਾਰਾ ਜੀ ਔਰ MC ਸਾਹਿਬ ਰੂਪਾ ਰਾਣੀ ਜੀ ਮੰਚ ਤੇ ਆਉਣ। ਉਹਨਾਂ ਦੇ ਨਾਲ ਅਦਿੱਤੇ ਭਟਾਰਾ ਜੀ ਨੂੰ ਵੀ ਮੈਂ ਬੇਨਤੀ ਕਰਦਾ। ਔਰ ਸਾਡੇ ਭਾਬੀ ਜੀ ਤੁਸੀਂ ਵੀ ਨਾਲ ਆਓ, ਸਾਰਾ ਪਰਿਵਾਰ ਆ ਕੇ ਆਪਾਂ ਅਰਜੁਨ ਮੇਘਵਾਲ ਜੀ ਦਾ ਸਵਾਗਤ ਕਰੀਏ। ਡਾਕਟਰ ਮੁਕੇਸ਼ ਜੀ ਤੁਸੀਂ ਪਰਿਵਾਰ ਦੇ ਮੈਂਬਰ ਹੀ ਹੋ, ਆ ਜਾਓ। ਇਹ ਤਾਂ ਜੀ ਸ਼੍ਰੀ ਦਿਨੇਸ਼ ਸਰਪਾਲ ਜੀ ਮੰਚ ਤੇ ਵਿਰਾਜਮਾਨ ਬਹੁਤ ਹੀ ਸਤਿਕਾਰਯੋਗ ਕੇਂਦਰ ਸਰਕਾਰ ਦੇ ਵਿੱਚ ਕਾਨੂੰਨ ਮੰਤਰੀ ਸ਼੍ਰੀ ਅਰਜੁਨ ਰਾਮ ਮੇਘਵਾਲ ਜੀ, ਉਹਨਾਂ ਦੇ ਨਾਲ भारतीय जनता पार्टी प्रदेश के महामंत्री और SC कमीशन पंजाब के चेयरमैन मानयोग राजेश बाघा जी, उन्होंने नाल जिला अध्यक्ष पंकज ढींगरा जी, साडे इस जिले के प्रभारी माननीय मित्तल साहब और साड़ी लोक सभा लड़े बहुत ही सत्कारयोग साढ़े अटवाल साहब, बहुत ही सत्कारयोग बजाज साहब, ते दर्जा बदर्जा लीडरशिप, व्यापारी साथियों, मातृशक्ति, जय श्री राम,
बोले सो निहाल। दोस्तों ਅੱਜ ਆਪਾਂ ਕਾਨੂੰਨ ਮੰਤਰੀ ਜੀ ਦੇ ਸਾਹਮਣੇ ਬੈਠੇ ਆ। ਇਹਨਾਂ ਦਾ ਸਦਾ ਸਹਿਯੋਗ ਪੰਜਾਬ ਨੂੰ ਮਿਲਦਾ ਰਿਹਾ। ਜਦੋਂ ਵਿੱਤ ਰਾਜ ਮੰਤਰੀ ਸੀ, ਨੋਟਬੰਦੀ ਹੋਈ ਤੇ ਕੁਝ ਸਮੱਸਿਆਵਾਂ ਆ ਰਹੀਆਂ ਸੀ ਸਾਡੇ ਵਪਾਰੀਆਂ ਨੂੰ। ਮੈਂ ਲੁਧਿਆਣੇ ਐਜ਼ ਤੁਹਾਡਾ ਨੁਮਾਇੰਦਾ ਹੁੰਦੇ ਇਹਨਾਂ ਨੂੰ ਮਿਲਿਆ ਕਿ ਬਹੁਤ ਸਾਰੇ ਬੈਂਕ ਸਾਡੀ ਜਿਹੜੀ ਪੈਸੇ ਸੀ ਜਮ੍ਹਾਂ ਨਹੀਂ ਸੀ ਕਰ ਰਹੇ ਅਲੱਗ-ਅਲੱਗ ਸ਼ਹਿਰਾਂ 'ਚ ਪੂਰੇ ਹਿੰਦੁਸਤਾਨ ਦੇ ਵਿੱਚ। ਤੇ ਸਾਡੀ ਇੱਕ ਆਵਾਜ਼ ਤੇ ਮਾਨਯ ਮੰਤਰੀ ਜੀ ਨੇ ਸਾਡੀ ਉਹ ਸਮੱਸਿਆ ਹੱਲ ਕੀਤੀ ਤੇ ਦੂਸਰੇ ਦਿਨ ਤੋਂ ਹੀ ਸਾਡੇ ਵਪਾਰੀਆਂ ਨੂੰ ਬਹੁਤ ਰਾਹਤ ਮਿਲੀ। ਇਹ ਉਹ ਮੰਤਰੀ ਨੇ ਜਿਨ੍ਹਾਂ ਨੂੰ ਆਪਾਂ ਜੋ ਕਹਾਂਗੇ ਔਰ ਉਸੇ ਵੇਲੇ ਤੁਹਾਡਾ ਕੰਮ ਕਰਨ ਦੇ ਸਮਰੱਥ ਨੇ। क्योंकि मैं व्यापार ਨਾਲ जुड़िया इस करके व्यापार की ही गल ज्यादा करांगा। एक कानून मंत्री ने तो मैं कानून और व्यवस्था जो पंजाब दे विच बिगड़ी हुई है उसकी गल करांगा। अज पंजाब दे बच्चा बच्चा साडियां मातावां भैणां साडे बुजुर्ग साडे व्यापारी काले दौर नूं याद कर रहे ने। अज किस तरह फोन आ रहे ने, किस तरह हत्यावां हो रही ने। साडे पंकज जी ने पहला ही दसिया कि टिमी जी जो साडे विचों सी, साडे भरा सी, साडे व्यापारी साथी सी, उन्हां दी निर्मम हत्या हो जाती है। उस तो पहला भी ते उस तो बाद भी अमृतसर च किन्नियां हत्यावां होईयां। आ थोड़े दिन पहला मोगा दे विच किस तरह एक व्यापारी ने बेचारे ने नवां सोने का काम किया, सुनार की दुकान खोली, अपनी जीवन की गाड़ी पूंजी उत्थे लगाई ते ना केवल उन्होंने लुटिया बल्कि उसकी हत्या भी कर दी गई। कल लुधियाना दे विच साडे एक कपड़ा व्यापारी हौजरी व्यापारी ते जानलेवा हमला होया, उसनूं गोली मारी गई। ये जदों दी ये सरकार आई है इसने गुंडियां दे थरू लुटन ते आप कुटन का काम पंजाब के लोगों के नाल कीता। 9 साल दीयां उपलब्धियां जो साडियां केंद्र सरकार दियां ने, जो मोदी जी दियां ने, जो साडे अर्जुन राम मेघवाल जी दियां ने, ये तो सारे बड़े बुलारे तुहानूं दसन गई, मगर मैं तो पंजाब का दर्द बयान करने वास्ते खड़ा होया। अज पता नहीं किनू फोन आ जाना, अज पता नहीं केड़ा लुटिया जाना, अज पता नहीं किनू गोली मार देनी है। अज पंजाब के हालात वो होए ने ते साडा इको एक फर्ज है कि सारे इकट्ठे होके इस चोरां दी लुटन ते कुटन वाली सरकार नूं जेड़े भी आने वाले इलैक्शन होण उसके दंद खट्टे किते जाण, उसनूं बुरी तरह हराया जाए। क्योंकि लोकतंत्र दे विच साडे कोल इको एक हथियार है। ऐसी व्यापारी तबका है, ऐसी वो लोग हैं जिहड़े सरकारां चलाने हैं, ऐसी वो लोग हैं जिन्हां दे टैक्सां दे नाल स्टेट गवर्नमेंट चलती है, सेंटर की गवर्नमेंट चलती है, चाहे स्थानीय निकाय होण वो भी उत्तां ही चलती है। और सारे नालों वध टैक्स देने के बावजूद ये सरकार ने सानू अज भी साडे व्यापार प्रकोष्ठ दे खन्ना तो साडे प्रदेश दे विच साडी टीम दे विच गैन साहब ने उन्होंने सर्वे करन आए थे ते गल कीती, चलो उन्हों का मसला तो हल हो गया, पर लेकिन ये सरकार उधरों लुटेरिया तो लुटाती है, उधरों अफसरां तो लुटाती है, ते लॉ एंड ऑर्डर की हालात माड़े है, ते पंजाब का जिहड़ा बेड़ा गर्क करन ते सरकार उतरी दी। व्यापारी भज भज के, इंडस्ट्रीलिस्ट भज भज के दूजिया स्टेटां जा रहे हैं। अज केंद्र तो मोदी जी बड़े चिंतित ने पंजाब के हालात के वास्ते, पंजाबियों वास्ते, पंजाबीयत वास्ते। ताही साडे सारे वड्डे मंत्री तुसीं देखिया 2-3 दिन पहला अमित शाह जी आए दे सी, साडे लुधियाने स्वास्थ्य मंत्री आए दे सी, अज भी जल मंत्री जी आए दे ने,
अर्जुन राम जी आए दे ने, सारे लोग पंजाब का बड़ा ध्यान करते हैं। पंजाब नूं प्यार करने वाली भारतीय जनता पार्टी है। इस पार्टी का इको एक एजेंडा है कि पंजाब दे विच हिंदू सिख एकता आपसी भाईचारा बना के रखना है, पंजाब की अमन और शांति नूं बना के रखना है। और इस अमन और शांति नूं जे कोई बचा सकता है तो केवल भारतीय जनता पार्टी बचा सकती है। व्यापारी बड़ा परेशान, दुकानदार परेशान, घरेलू परेशान, नौजवान बेरोजगार। अज पंजाब का सारे नाल वड्डा दुखांत है कि अज लखां की तादाद दे विच नौजवान जो है पंजाब नूं छड़ छड़ के जा रहा है। अज कनेडा च जाके वो चंगे चंगे घरां दे बच्चे पेट्रोल पंपां ते पेट्रोल पाण रहे ने। इत्थे दे करोड़ापति बच्चे उत्थे जाके की काम करते हैं आपां सारे भली भांति जानते हैं। ये पंजाब का दुखांत है क्योंकि उन्होंने इत्थे पंजाब दे विच कोई अपना भविष्य नजर नहीं आता। पिछलियां 2 सरकारां ने भी यही कुछ किया और इन्हां ने तो हद ही मचाती। मैं केवल ते केवल इन्ना कहंदा होया खिमा दा याचक हाँ कि इस सरकार नूं जिस तरह भी होवे, जेड़े भी चुनाव आन, इन्हां दा दंड कट्टे किते जाण, इन्हां नूं हराया जावे और पंजाब दे अंदर भारतीय जनता पार्टी की सरकार एक बार लियाई जावे। जय हिंद, जय मां भारत। ਸਾਡੇ ਵਿੱਚ ਜੁਗਰਾਜ ਸਿੰਘ ਜੀ ਜੋ ਕਿ ਜ਼ਿਲ੍ਹੇ ਦੇ ਸੈਕਟਰੀ ਨੇ ਉਹ ਵੀ ਆਏ ਨੇ, ਉਹਨਾਂ ਦਾ ਬੜਾ ਬੜਾ ਧੰਨਵਾਦ। ਹੁਣ ਮੈਂ ਬੇਨਤੀ ਕਰਦਾ ਸ਼੍ਰੀ ਅਦਿੱਤਿਆ ਭਟਾਰਾ ਜੀ ਨੂੰ ਉਹ ਮੰਚ ਤੇ ਆਉਣ ਤੇ ਆਪਣੀ ਗੱਲ ਰੱਖਣ। ਅਦਿੱਤਿਆ ਭਟਾਰਾ ਜੀ। सत्कारयोग देश के कानून मंत्री श्री अर्जुन राम जी हेगवाल जी, देश की वो प्रथम हस्ती जो अपने शहर के विच, अपने इलाके दे विच अज जिन्हां ने अचेचे तौर पर शिरकत की है, मैं अपने वालों अपने पूरे शहर वालों सब तो पहला इन्हां नूं जी आयां नूं आखदा। इन्हां दे नाल मंच भारतीय जनता पार्टी के जनरल सैकटरी साहब जेश बागा साहब, उन्होंने नाल मेरे बड़े भाई इंदर इकबाल सिंह अटवाल साहब, सरदार चरणजीत सिंह अटवाल साहब, उन्होंने सपुत्र जिन्होंने ने इतों चोन लड़ी लोक सभा वो भी अचेचे तौर पर अपने हाज़र हुए हैं, उन्होंने भी जी आया नूं। उन्होंने नाल साडे जलंधर लोक सभा के प्रभारी RP मित्तल साहब, उन्होंने भी मैं जी आया नूं आखदा। भारतीय जनता पार्टी जलंधर के प्रधान श्री पंकज ढींगरा जी, जिन्हां दी टीम का मैं हिस्सा, उन्होंने भी अज मेरे गृह में पहुंचन ते मेरे वालों ते मेरे परिवार वालों जी आया नूं। व्यापार मंडल के पंजाब के अध्यक्ष, वक्-वक् मंडलों तो आए हुए अध्यक्ष साहबान, वक्-वक् जिले के जिहड़े सैल ने उन्होंने आए हुए प्रधान साहब, सैकटरी साहब, वक्-वक् व्यापार नकोदर शहर तो या वक्-वक् अदारियां तो व्यापारी मेरे बुजुर्ग, मेरिया मातावां भी बैठिया ने। व्यापारी तौर पर कहा जा सकता कि तुसी एक रीढ़ की हड्डी हो। और मंत्री जी एक गल तुहानूं जरूर दसना चाहना है, लोक सभा की चोण जो हो के हटी है, इतिहास पहली बारी टोटल नकोदर शहर के 29 बूथ सी, 13 बूथ भारतीय जनता पार्टी जिती नकोदर शहर। इतिहास पहली बारी होया साडे जिला प्रधान जी अध्यक्षता दे विच। 13 बूथ सी, 13 बूथ 29 दे विचों, और ऑलमोस्ट दूसरे नंबर पे रही है, वो भी 200 वोट के लीड पे। अटवाल साहब बस मेहनत करी चलो, आने वाला वक्त जो मंत्री जी के आशीर्वादों के नाल हर चीज़ भारतीय जनता पार्टी जी पंजाब दे विच एक नंबर दे विच आऊगी, ये मेरा विश्वास है। क्योंकि साडी लीडरशिप बेखौफ होकर काम कर रही है। पंजाब नूं अज जरूरत है भारतीय जनता पार्टी की। मंत्री जी
ਅਸੀਂ ਨਕੋਦਰ ਹਲਕਾ ਵਾਸੀ ਤੁਹਾਡੇ ਕੋਲ ਇੱਕ ਪੂਰਜ਼ੋਰ ਮੰਗ ਕਰਦੇ ਹਾਂ ਕਿ ਮੇਰੇ ਤੋਂ ਪਹਿਲਾਂ ਜਿਵੇਂ ਜ਼ਿਲ੍ਹਾ ਪ੍ਰਧਾਨ ਜੀ ਨੇ ਕਿਹਾ ਸਾਡੀ ਲਾਅ ਐਂਡ ਆਰਡਰ ਦੀ ਸਥਿਤੀ ਜਿਹੜੀ ਪੰਜਾਬ ਦੀ ਵਿਗੜ ਗਈ ਹੈ, ਉਹਦੇ ਲਈ ਤੁਹਾਡਾ ਸਾਡੇ ਪੰਜਾਬ ਤੇ ਹੱਥ ਰੱਖਣਾ ਸਾਡੀ ਅੱਜ ਜ਼ਰੂਰਤ ਬਣ ਗਈ ਹੈ। ਚਾਹੇ ਵਪਾਰੀ ਵਰਗ ਹੈ, ਚਾਹੇ ਕਿਸਾਨੀ ਹੈ, ਤਾਂ ਚਾਹੇ ਕੋਈ ਵੀ ਵਿਅਕਤੀ ਹੈ, ਅੱਜ ਸਾਨੂੰ ਸਾਰਿਆਂ ਨੂੰ ਜ਼ਰੂਰਤ ਹੈ ਤੁਹਾਡੀ। ਬੀਤਿਆਂ ਸਮਿਆਂ 'ਚ ਮੇਰੇ ਤੋਂ ਪਹਿਲਾਂ ਜਿਵੇਂ ਦੱਸ ਕੇ ਹਟੇ ਨੇ, ਪੰਜਾਬ ਦੇ ਵਿੱਚ ਸ਼ਰੇਆਮ ਕਤਲ ਹੋ ਰਹੇ ਨੇ, ਲਾਅ ਐਂਡ ਆਰਡਰ ਦੀ ਸਥਿਤੀ ਕਿਹੜੀ ਵਿਗੜ ਚੁੱਕੀ ਹੈ। ਇਹ ਵਪਾਰੀ ਵਰਗ ਬੈਠਾ ਹੈ। ਸਾਡਾ ਨਕੋਦਰ ਸ਼ਹਿਰ ਬੀਤੇ ਸਮਿਆਂ ਦੇ ਵਿੱਚ ਇੱਕ ਇਹੋ ਜਿਹੇ ਖੌਫ ਚੋਂ ਨਿਕਲਿਆ ਕਿ ਫਰੋਤੀਆਂ ਆਣੀਆਂ ਸ਼ੁਰੂ ਹੋ ਗਈਆਂ ਸੀ, ਔਰ ਇਹੀ ਨਕੋਦਰ ਵਾਸੀ ਨੇ ਜਿਨ੍ਹਾਂ ਨੇ ਇਸ ਮੁਸੀਬਤ ਚੋਂ ਨਿਜਾਤ ਕਈਆਂ ਨੂੰ ਪੈ ਗਈ ਔਰ ਕਈ ਖੌਫ ਦੇ ਵਿੱਚ ਨੇ। ਮੈਂ ਜ਼ਿਆਦਾ ਨਾ ਕੁਝ ਕਹਿੰਦਾ ਹੋਇਆ ਸਿਰ ਝੁਕਾ ਕੇ ਆਪਣੇ ਵੱਲੋਂ ਜਿੰਨੇ ਵੀ ਮੇਰੇ ਬਜ਼ੁਰਗ ਆਏ ਨੇ, ਵੱਖ-ਵੱਖ ਅਦਾਰਿਆਂ ਤੋਂ, ਵੱਖ-ਵੱਖ ਬਿਜ਼ਨਸਮੈਨਸ ਨੇ, ਡਾਕਟਰਸ ਨੇ, ਐਡਵੋਕੇਟਸ ਨੇ, ਮੈਂ ਸਾਰਿਆਂ ਨੂੰ ਸਿਰ ਝੁਕਾ ਕੇ ਨਮਨ ਕਰਦਾ, ਜੀ ਆਇਆਂ ਨੂੰ ਆਖਦਾ ਆਪਣੇ ਪਰਿਵਾਰ ਵੱਲੋਂ। ਤੁਹਾਡਾ ਸਾਰਿਆਂ ਦਾ ਇੱਥੇ ਪਹੁੰਚਣ ਤੇ ਜੀ ਆਇਆਂ ਨੂੰ। ਜੈ ਸ਼ੰਕਰ, ਜੈ ਸ਼੍ਰੀ ਰਾਮ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਅਦਿੱਤੇ ਭਟਾਰਾ ਜੀ। ਸਾਡੇ ਕੋਲੋਂ ਮੰਤਰੀ ਸਾਹਿਬ ਦੇ ਮੈਂ ਧਿਆਨ ਦੇਣਾ ਚਾਹੁੰਦਾ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਸੰਦੇਸ਼ ਆਇਆ ਕਿ ਜੋ ਪੰਜਾਬ ਸਰਕਾਰ ਗੁਰਦੁਆਰਾ ਐਕਟ 1925 ਦੇ ਨਾਲ ਛੇੜਖਾਨੀ ਕਰ ਰਹੀ ਆ, ਸੋ ਪਲੀਜ਼ ਤੁਸੀਂ ਉਸ ਮੈਟਰ ਵੱਲ ਧਿਆਨ ਦਿਓ, ਕਿਉਂਕਿ ਪੰਜਾਬ ਬੜਾ ਜਿਹੜਾ ਧਾਰਮਿਕ ਮੁੱਦਿਆਂ ਦੇ ਨਾਲ ਜੁੜਿਆ ਹੋਇਆ ਪ੍ਰਦੇਸ਼ ਆ। ਪੰਜਾਬ ਦੀ ਸਰਕਾਰ ਨੇ ਗੁਰਦੁਆਰਾ ਐਕਟ 1925 ਦੇ ਨਾਲ ਕੱਲ ਜਿਹੜੀ ਛੇੜਖਾਨੀ ਕੀਤੀ ਹੈ, ਸੋ ਉਹਦੇ ਵਾਸਤੇ ਜਿਹੜਾ ਇਹ ਮੈਸੇਜ ਆ ਅਸੀਂ ਤੁਹਾਨੂੰ ਦੇਣਾ ਚਾਹੁੰਦੇ ਹਾਂ ਕਿ ਤੁਸੀਂ ਇਹਦੇ ਵੱਲ ਧਿਆਨ ਦਿਓ। ਔਰ ਉਹਦੇ ਨਾਲ ਦੀ ਨਾਲ ਸਾਡੇ ਹਰੇ ਰਾਮ ਕਲੱਬ ਦੇ ਮੈਂਬਰ ਨੇ ਜੋ, ਔਰ ਹੋਰ ਨਕੋਦਰ ਦੀ ਜਿਹੜੀ ਹਿੰਦੂ ਸਭਾ ਦੇ ਲੋਕ ਨੇ, ਔਰ ਹਿੰਦੂ ਸਭਾ ਦੀ ਜਿੰਨੀਆਂ ਵੀ ਇੱਥੇ ਐਸੋਸੀਏਸ਼ਨ ਹੈ, ਉਹਨਾਂ ਵੱਲੋਂ ਵੀ ਇੱਕ ਮੰਗ ਪੱਤਰ ਆਇਆ ਜੀ ਕਿ ਇੱਕ ਫਿਲਮ ਆਈ ਹੈ ਜੀ ਆਦਿ ਪੁਰਸ਼, ਉਹਦੇ ਵਿੱਚ ਜਿਹੜਾ ਭਗਵਾਨ ਹਨੂਮਾਨ ਜੀ ਦੇ ਉੱਪਰ ਬੜੀਆਂ ਜਿਹੜੀਆਂ ਗਲਤ ਟਿੱਪਣੀਆਂ ਕੀਤੀਆਂ ਗਈਆਂ ਆ, ਉਹ ਤੁਹਾਨੂੰ ਮੈਮੋਰੈਂਡਮ ਵੀ ਦੇਣਗੇ ਔਰ ਤੁਹਾਡੇ ਨਾਲ ਗੱਲਬਾਤ ਵੀ ਕਰਨਗੇ। ਸੋ ਹੁਣ ਮੈਂ ਬੇਨਤੀ ਕਰਦਾ ਬੜੇ ਅਦਬ ਅਤੇ ਸਤਿਕਾਰ ਦੇ ਨਾਲ ਸਾਡੇ ਇਸ ਲੋਕ ਸਭਾ ਤੋਂ ਇਲੈਕਸ਼ਨ ਲੜ ਚੁੱਕੇ ਇੰਦਰ ਸਿੰਘ ਅਟਵਾ ਜੀ ਉਹ ਮੰਚ ਤੇ ਆਉਣ ਤੇ ਆਪਣੀ ਗੱਲ ਰੱਖਣ। ਬਹੁਤ ਹੀ ਸਤਿਕਾਰਯੋਗ ਦੇਸ਼ ਦਾ ਮਾਣ ਇੱਕ ਬਹੁਤ ਹੀ ਸਧਾਰਨ ਪਰਿਵਾਰ ਚੋਂ ਉੱਠ ਕੇ ਆਈਐਸ ਦੀ ਜ਼ਿੰਦਗੀ ਬਤੀਤ ਕਰਕੇ ਤੇ ਸਾਈਕਲ ਤੇ ਪਾਰਲੀਮੈਂਟ ਤੇ ਜਾ ਕੇ ਤੇ ਅੱਜ ਦੇਸ਼ ਦੇ ਕਾਨੂੰਨ ਮੰਤਰੀ ਬਣ ਕੇ ਪਹਿਲੀ ਵਾਰ ਸਾਡੇ ਇਸ ਹਲਕੇ 'ਚ ਪਹੁੰਚੇ। ਬਹੁਤ ਹੀ ਸਤਿਕਾਰਯੋਗ ਸਾਡੇ ਬਜ਼ੁਰਗ ਸ਼੍ਰੀ ਅਰਜੁਨ ਰਾਮ ਮੇਘਵਾਲ ਜੀ, ਉਹਨਾਂ ਦੇ ਨਾਲ ਵਿਰਾਜਮਾਨ ਭਾਰਤੀ ਜਨਤਾ ਪਾਰਟੀ ਦੀ ਸਮੁੱਚੀ ਲੀਡਰਸ਼ਿਪ, ਮੇਰੇ ਵੱਡੇ ਵੀਰ ਸ਼੍ਰੀ ਰਾਜੇਸ਼ ਬਾਘਾ ਜੀ, ਜਨਰਲ ਸਕੱਤਰ ਭਾਜਪਾ ਪੰਜਾਬ, ਸ਼੍ਰੀ ਆਰ.ਪੀ. ਮਿੱਤਲ ਜੀ, ਟ੍ਰੇਡ ਸੈੱਲ ਦੇ ਸਾਡੇ ਪ੍ਰਧਾਨ ਸਾਹਿਬ ਡਾਕਟਰ ਥਿੰਦ ਸਾਹਿਬ ਪਤਾਰਾ ਜੀ, ਤੇ ਸਾਡੇ ਇਸ ਜ਼ਿਲ੍ਹੇ ਦੇ ਪ੍ਰਧਾਨ ਸਾਹਿਬ, ਉਹਨਾਂ ਦੀ ਸਮੁੱਚੀ ਟੀਮ, ਤੇ ਭਾਰਤੀ ਜਨਤਾ ਪਾਰਟੀ ਦੇ ਸਾਰੇ ਹੀ ਅਨਮੋਲ ਹੀਰੇ ਤੇ ਰਤਨ, ਮੇਰੀਆਂ ਮਾਤਾਓ ਤੇ ਭੈਣਾਂ ਤੇ ਨੌਜਵਾਨ ਵੀਰ ਸਾਥੀਓ, ਆਓ ਸਭ ਤੋਂ ਪਹਿਲਾਂ ਸਰਬ ਸਾਂਝੀ ਫਤਿਹ ਸਾਂਝੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈ ਸ਼੍ਰੀ ਰਾਮ। ਇਹਦੇ 'ਚ ਕੋਈ ਸ਼ੱਕ ਨਹੀਂ ਕਿ ਭਾਰਤੀ ਜਨਤਾ ਪਾਰਟੀ ਦਿਨ ਰਾਤ ਪੰਜਾਬ ਦੇ ਵਿੱਚ ਆਪਣੀਆਂ ਲੰਬੀਆਂ ਪਲਾਂਘਾਂ ਪੁੱਟ ਰਹੀ ਹੈ ਤੇ ਪੰਜਾਬ ਦੇ ਲੋਕ, ਪੰਜਾਬ ਦੇ ਵਾਸੀ ਭਾਰਤੀ ਜਨਤਾ ਪਾਰਟੀ ਦੇ ਪਰਿਵਾਰ 'ਚ ਜੁੜਨਾ ਆਪਣੇ ਆਪ ਨੂੰ ਫਖਰ ਮਹਿਸੂਸ ਕਰਦੇ ਹੈ, ਕਿਉਂਕਿ ਭਾਰਤੀ ਜਨਤਾ ਪਾਰਟੀ ਉਹ ਪਰਿਵਾਰ ਹੈ ਜਿਹਦੇ ਨਾਲ ਜੁੜ ਕੇ ਹਰ ਕੋਈ ਵਿਅਕਤੀ ਇਹ ਮਹਿਸੂਸ ਕਰਦਾ ਹੈ
ਕਿ ਸੱਚਮੁੱਚ ਹੀ ਮੇਰਾ ਪੁਰਾਣਾ ਪਰਿਵਾਰ ਹੈ ਔਰ ਸੇਵਾ ਇੰਨੇ ਸੋਹਣੇ ਤੇ ਸੁਚੱਜੇ ਤਰੀਕੇ ਦੇ ਨਾਲ ਦੇਸ਼ ਦੀ ਸੇਵਾ ਸ਼੍ਰੀ ਨਰਿੰਦਰ ਭਾਈ ਮੋਦੀ ਜੀ ਪੰਜਾਬ ਦੀਆਂ ਸੱਥਾਂ 'ਚ ਗੱਲਾਂ ਹੋਣ ਲੱਗ ਪਈਆਂ, ਪੰਜਾਬ ਦੇ ਪਿੰਡਾਂ ਤੇ ਸ਼ਹਿਰਾਂ ਦੀ ਗਲੀਆਂ 'ਚ ਗੱਲਾਂ ਹੋਣ ਲੱਗ ਪਈਆਂ ਕਿ ਦੇਸ਼ ਦਾ ਪਹਿਲਾ ਪ੍ਰਧਾਨ ਮੰਤਰੀ ਹੈ ਜਿਹੜੇ ਆਪਣੇ ਦੇਸ਼ 'ਚ ਤਾਂ ਸੇਵਾ ਕਰ ਹੀ ਰਹੇ ਹੈ, ਲੇਕਿਨ ਦੁਨੀਆ ਦੇ ਬਾਕੀ ਮੁਲਕਾਂ ਦੇ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਵੀ ਆਪਣੇ ਦੇਸ਼ ਦੇ ਕਿਸੇ ਮਸਲੇ ਦੇ ਹੱਲ ਲਈ ਨਰਿੰਦਰ ਭਾਈ ਮੋਦੀ ਨਾਲ ਸਲਾਹ ਕਰਦੇ ਆ। ਇਹ ਸਾਡੀ ਸਭ ਤੋਂ ਵੱਡੀ ਸਾਡੇ ਦੇਸ਼ ਵਾਸੀਆਂ ਦੀ ਜਿੱਤ ਹੈ। ਮੋਦੀ ਸਾਹਿਬ ਬਾਰੇ ਬਹੁਤ ਸਾਰੀਆਂ ਗੱਲਾਂ, ਸਰਕਾਰ ਦੀਆਂ ਪ੍ਰਾਪਤੀਆਂ ਤੇ ਉਪਲਬਧੀਆਂ ਅੱਜ ਦੱਸਣ ਵਾਸਤੇ ਆਪਣੇ ਵਿੱਚ ਪਹੁੰਚੇ। ਇਹ ਉਹ ਸ਼ਖਸ ਨੇ ਜਿਹੜੇ ਦਿਨ ਰਾਤ ਮਿਹਨਤ ਕਰਦੇ ਹੈ। ਮੈਂ ਕੋਈ ਐਵੇਂ ਇੱਥੇ ਖੜਾ ਹੋ ਕੇ ਸੋਲੇ ਗਾਣ ਲੱਗ ਜਾ, ਮੇਰਾ ਉਹ ਸੁਭਾਅ ਨਹੀਂ ਹੈ, ਪਰ ਜੋ ਹਕੀਕਤ ਹੈ ਉਹ ਦੱਸਣਾ ਮੈਂ ਸਮਝਦਾ ਜ਼ਰੂਰੀ ਹੈ ਕਿ ਮੈਂ ਬੜੀਆਂ ਸਰਕਾਰਾਂ ਵੇਖੀਆਂ, ਬੜੇ ਵਜ਼ੀਰ ਵੇਖੇ ਆ, ਪਰ ਅਰਜੁਨ ਰਾਮ ਮੇਘਵਾਲ ਜੀ ਮੈਂ ਉਹ ਵਿਅਕਤੀ ਵੇਖਿਆ ਕਿ ਰਾਤ ਨੂੰ 12:30 1 ਵਜੇ 1:30 ਵਜੇ ਵੀ ਚਲੇ ਜਾਈਏ ਤਾਂ ਉੱਥੇ ਰਸ਼ ਪਿਆ ਹੁੰਦਾ ਤੇ ਲੋਕੀ ਮਿਲਣ ਵਾਸਤੇ ਬੈਠੇ ਹੁੰਦੇ ਆ ਔਰ ਇਹ ਲੋਕਾਂ ਨੂੰ ਖਿੜੇ ਮੱਥੇ ਮਿਲਦੇ ਆ, ਲੋਕਾਂ ਦੀਆਂ ਗੱਲਾਂ ਸੁਣਦੇ ਆ, ਮੁਸ਼ਕਲਾਂ ਨੂੰ ਸੁਣਦੇ ਤੇ ਹੱਲ ਕਰਦੇ। ਔਰ ਇਹਨਾਂ ਦਾ ਪਿਛੋਕੜ ਵੀ ਬੀਕਾਨੇਰ ਤੋਂ ਚੁਣ ਕੇ ਆਉਂਦੇ ਆ ਤੇ ਤੁਸੀਂ ਅਖਬਾਰਾਂ 'ਚ ਇਹਨਾਂ ਦੀ ਫੋਟੋਆਂ ਵੀ ਉਸ ਵੇਲੇ ਦੇਖੀਆਂ ਹੋਣੀਆਂ, ਟੀਵੀ 'ਚ ਵੀ ਦੇਖਿਆ ਹੋਣਾ। ਤੇ ਸਾਈਕਲ ਤੇ ਬਤੌਰ ਮੈਂਬਰ ਪਾਰਲੀਮੈਂਟ ਤੇ ਵਜ਼ੀਰ ਵੀ ਇਹ ਪਾਰਲੀਮੈਂਟ 'ਚ ਜਾਂਦੇ ਰਹੇ ਲੋਕਾਂ ਨੂੰ ਸੁਨੇਹਾ ਦੇਣ ਦੇ ਵਾਸਤੇ, ਔਰ ਅੱਜ ਵੀ ਉਸੇ ਤਰ੍ਹਾਂ ਜ਼ਿੰਦਗੀ ਬਤੀਤ ਕਰ ਰਹੇ ਹੈ। ਜਦੋਂ ਆਪਾਂ ਹੁਣੇ ਲੋਕ ਸਭਾ ਦੀਆਂ ਚੋਣਾਂ ਲੜ ਰਹੇ ਸੀ ਤਾਂ ਮੇਰੀ ਚੋਣ ਦੇ ਵਿੱਚ ਇਹਨਾਂ ਨੇ ਸਵੇਰੇ ਆਣਾ, ਰਾਤ ਦੀ ਟ੍ਰੇਨ ਜਲੰਧਰ ਕੈਂਟ ਤੋਂ ਬਹਿਣਾ, ਸਵੇਰੇ ਕੰਮ ਕਰਕੇ ਅਗਲੇ ਦਿਨ ਫੇਰ ਇੱਥੇ ਵਾਪਸ ਆਉਣਾ ਔਰ ਟ੍ਰੇਨ 'ਚ ਜਾਣਾ ਤੇ ਟ੍ਰੇਨ 'ਚ ਵਾਪਸ ਆਣਾ। ਸਧਾਰਨ ਜ਼ਿੰਦਗੀ ਬਤੀਤ ਕਰਨ ਵਾਲਾ ਵਿਅਕਤੀ ਅੱਜ ਦੇਸ਼ ਦੀ ਕਾਨੂੰਨ ਤੇ ਵਿਵਸਥਾ ਨੂੰ ਬਣਾਉਣ ਵਾਲੇ ਕਾਨੂੰਨ, ਉਹਦੀ ਵਾਗਡੋਰ ਅੱਜ ਇਹਨਾਂ ਦੇ ਹੱਥ 'ਚ ਹੈ। ਦੇਸ਼ ਦਾ ਕਾਨੂੰਨ ਇਹਨਾਂ ਦੇ ਹੱਥ 'ਚ ਹੈ। ਮੈਂ ਇਹ ਗੱਲ ਕਿਉਂ ਆਖੀ ਹੈ? ਮੈਂ ਇਸ ਕਰਕੇ ਆਖੀ ਹੈ ਕਿ ਮੇਘਵਾਲ ਸਾਹਿਬ, ਅਸੀਂ ਅੱਜ ਪੰਜਾਬ ਵਾਲੇ ਆਪਣੇ ਆਪ ਨੂੰ ਲੁੱਟਿਆ ਜਾਂ ਮਹਿਸੂਸ ਕਰ ਰਹੇ ਹਾਂ ਕਿ ਸਾਡਾ ਮੁੱਖ ਮੰਤਰੀ, ਗਲਤੀ ਤਾਂ ਪੰਜਾਬ ਵਾਲਿਆਂ ਤੋਂ ਹੋਈ ਹੈ ਕਿ ਸਾਡਾ ਮੁੱਖ ਮੰਤਰੀ ਉਹ ਬਣ ਗਿਆ ਜਿਨੇ ਸਿਆਸਤ ਨੂੰ, ਪੰਜਾਬ ਨੂੰ, ਪੰਜਾਬੀਆਂ ਨੂੰ ਮਜ਼ਾਕ ਹੀ ਬਣਾ ਲਿਆ। ਸੀਰੀਅਸਨੈਸ ਤਾਂ ਹੈ ਹੀ ਨਹੀਂ ਹੈ। ਔਰ ਕਾਨੂੰਨ ਦੀਆਂ ਧੱਜੀਆਂ ਅਸੀਂ ਸੁਣਦੇ ਹੁੰਦੇ ਸੀ, ਸ਼ਬਦਾਵਲੀ ਕਿ ਕਾਨੂੰਨ ਦੀਆਂ ਧੱਜੀਆਂ ਉਡਾ ਦਿੱਤੀਆਂ, ਲੇਕਿਨ ਉਹ ਐਸਾ ਵਿਅਕਤੀ ਸਾਨੂੰ ਲੱਭਿਆ, ਸਾਨੂੰ ਇਹ ਨਹੀਂ ਪਤਾ ਕਿ ਸ਼ਾਮ ਨੂੰ ਉਹਨੇ ਇਹ ਵੀ ਫੈਸਲਾ ਕਰ ਦੇਣਾ ਕਿ ਨਗਰ ਕੌਂਸਲ ਨਕੋਦਰ ਦਾ ਪ੍ਰਧਾਨ ਵੀ ਮੁੱਖ ਮੰਤਰੀ ਹੋਇਆ ਕਰੂਗਾ। ਉਹਨੇ ਨਵਾਂ ਹੀ ਕੋਈ ਆਪਣਾ ਕਾਨੂੰਨ ਪਾਸ ਕਰ ਦੇਣਾ ਔਰ ਅੱਜ ਦੇਸ਼ ਦਾ ਕਾਨੂੰਨ, ਦੇਸ਼ ਦਾ ਸੰਵਿਧਾਨ ਖਤਰੇ 'ਚ ਪਾ ਦਿੱਤਾ ਹੈ ਔਰ ਇੰਨਾ ਖਤਰੇ 'ਚ ਪੈ ਚੁੱਕਾ ਕਿ ਅਸੀਂ ਆਪਣੇ ਆਪ ਨੂੰ ਮਹਿਸੂਸ ਕਰ ਰਹੇ ਹਾਂ ਕਿ ਸਾਡਾ ਸੂਬਾ ਅੱਜ ਮਹਿਫੂਜ਼ ਨਹੀਂ ਹੈ। ਮੈਂ ਮੇਘਵਾਲ ਸਾਹਿਬ ਤੁਹਾਡੇ ਚਰਨਾਂ 'ਚ ਬੇਨਤੀ ਕਰਾਂਗਾ ਕਿ ਜਿਹੜਾ ਸਾਡਾ ਮੁੱਖ ਮੰਤਰੀ ਹੈ, ਉਹਨਾਂ ਨੇ ਕੱਲ 2 ਕਾਨੂੰਨ ਪਾਸ ਕੀਤੇ ਮੇਘਵਾਲ ਸਾਹਿਬ, ਜੋ ਕਿ ਬਹੁਤ ਵੱਡੀ ਖਤਰੇ ਦੀ ਘੰਟੀ ਹੈ ਦੇਸ਼ ਦੇ ਕਾਨੂੰਨ ਵਾਸਤੇ, देश के संविधान वास्ते। सबसे पहला मेघवाल जी उसने कानून जो गलत कल पास किया कि गुरुद्वारा एक्ट में उसने संशोधन कर दिया। साडे बहुत ही सत्कारयोग साबका मंत्री पंजाब राणा गुरमीत सिंह सोढी जी भी साडे दरम्यान अज नकोदर की धरती ते पहुंचे है। तुहाडे सारे वालों
ਨਕੋਦਰ ਦੀ ਸੰਗਤ ਵੱਲੋਂ ਉਹਨਾਂ ਨੂੰ ਮੈਂ ਜੀ ਆਇਆਂ ਆਖਦਾ। ਰਾਣਾ ਗੁਰਮੀਤ ਸਿੰਘ ਜੀ ਸੋਢੀ ਸਾਹਿਬ, मेघवाल साहब, कल पंजाब असेंबली के अंदर उसने 2 बिल नए पास कर दिए और देश के इतिहास में पहली बार ऐसे बिल पास हुए। एक कि सिखों का जो पार्लियामेंट है वो श्रोमणी गुरुद्वारा प्रबंधक कमेटी है और गुरुद्वारा एक्ट जो बाय एक्ट ऑफ पार्लियामेंट बना हुआ देश का, उसके अंदर पंजाब विधानसभा में कल बिल ला करके उसने पारित कर दिया, पास कर दिया, संशोधन करके एक नया बिल बना दिया जो कि अपनी मर्जी से वो उसको लागू करेगा। एक और दूसरा जो उसने बिल जो पास कर दिया कल, जो कि मैं समझता हूं कि बहुत सीरियस मसला है देश की सरकार के लिए, देश के संविधान के लिए, कि जितनी भी पंजाब सरकार की यूनिवर्सिटीज हैं उसका चांसलर जो हिंदुस्तान के हर सूबे में गवर्नर हुआ करता है, उसने संशोधन करके बदल के गवर्नर साहब को हटा करके उसमें माननीय मुख्यमंत्री को ही उसका चांसलर अपॉइंट कर दिया। ये 2 कल नए बिल उसने बनाए हैं और आने वाले दिनों में पता नहीं ऐसे कौन सी शरारतें वो करेगा जो कि देश के संविधान के लिए बहुत खतरनाक साबित हो सकती है। मैं आपसे आग्रह करूंगा कि कृपा करके कानूनी तौर पे इसको देखा जाए कि इसको पंजाब को इस तरह से मजाकिया मुख्यमंत्री जो मजाक बना लिया है उससे कैसे बचा जा सकता है, ये काइंडली इसको देख लीजिए। मैं ज़्यादा लंबा गल ना करदा है मेघवाल साहब, एक तुहाडे चरणों 'च बेनती जरूर करांगा। जिथे असीं तुहाडे तो बड़े प्रभावित हाँ, तुहानूं असीं पसंद करते हैं, तुहाडे काम नूं पसंद करते हैं इस इलाके दे विच, क्योंकि इत्थों दी संगत ने बड़ियां आसां ते उम्मीदां दे नाल, क्योंकि मैनूं याद है, मैं एक उदाहरण देना चाहुंदा। सोढी साहब तुहानूं याद होगा किला रायपुर तो मुख्यमंत्री बादल साहब बने सी तो उन्होंने बाई इलैक्शन लड़ ली। उत्थों जो कोई बाई इलैक्शन लड़दा ना तो सारी पार्टी सारी उत्थे आके बह जाती है, सरकार आ जाती है, मंत्री आ जाते, MLA आ जाते, MP आ जाते, सारे उत्थे आके बह जाते हैं। तो लोगों दीयां जिहड़ियां आसां ते उम्मीदां जिहड़ी एक्सपेक्टेशन वो मेघवाल जी बहुत बढ़ जाती है। लोगों को लगता है कि अब तो मोदी जी हमारे पास ही हैं, सब कुछ हमारे पास है और हम वोट लेने के लिए रूपानी जी भी इधर, मेघवाल जी भी इधर, स्मृति ईरानी जी भी इधर, अनुराग जी भी इधर, बेदी अपना हरदीप पुरी जी भी इधर, तो पूरी भारत सरकार यहाँ लोगों के बीच में बैठी हुई थी। तो लोगों की एक्सपेक्टेशन इतनी बढ़ चुकी है। तो मेघवाल जी आज आप चुनाव के बाद पहली बार यहाँ पे हमारे पास पहुंचे हैं, इसलिए अपना दुख दर्द थोड़ा सा आपके सामने रोएंगे, वो कृपा करके सुन लीजिए और उसका समाधान करने का कोशिश भी कर लीजिए, क्योंकि आपके जाने के बाद मेरे को जिला प्रधान साहब भी, राजेश बाघा जी भी और थिंद साहब भी, सभी लोग हम जो है इस बात पे सोचते रहते हैं हम करें क्या। अब आदमपुर का विषय है उसको छोड़ दीजिए, करतारपुर का रेलवे स्टेशन का विषय है वो भी छोड़ दीजिए, वो सोढी साहब को पता है हम लगे हुए हैं, सब विषय को छोड़ दीजिए। लेकिन जिस धरती पे हम विराजमान हैं, यहाँ पे इंडस्ट्रियलिस्ट, दुकानदार, शेलर वाला, एडवोकेट, ट्रेडर, हर व्यक्ति इस कट में बैठा हुआ है। ये जो बेल्ट है खास करके दोआबा के अंदर यहाँ पे शेलर सबसे ज्यादा लगे हुए हैं। ये नकोदर और शाहकोट 2 असेंबली सेगमेंट से इसके अंदर सबसे ज्यादा शेलर लगे हुए पंजाब में। और शेलर एसोसिएशन का जो मीटिंग हुआ था चुनाव के अंदर और उन्होंने अपना मांग पत्र दिया था माननीय रूपानी जी को, और उसके बाद मनप्रीत बादल जी हमारे इधर प्रभारी थे, इंचार्ज थे शाहकोट असेंबली हल्के के, उनको भी दिया था। माननीय अध्यक्ष जी अश्विनी शर्मा जी है, उनको भी हमने दिया था। और उनसे हमने चुनाव के दौरान वादा किया कि जो शेलर एसोसिएशन की मांग है, इस सीजन में चावल का सीजन निकल जाएगा, तो उनकी मीटिंग पीयूष गोयल जी से करवानी थी। बहुत जायज़ मांगे थी और वो जायज़ मांगों को पूरा करने के लिए, हल करवाने के लिए बैठक करवानी थी, लेकिन वो आज तक हमारी बैठक नहीं हो पाई और डॉक्टर थिंद के और मेरे कपड़े लोगों ने फाड़ दिए, मेरे को रास्ता नहीं मिल रहा कोई। सो मेरा आपसे निवेदन है कि अश्विनी शर्मा जी ने भी लिख के भेज दिया है, रूपानी जी प्रभारी जी ने भेज दिया, सब लोगों ने भेज दिया है, कृपा करके सीजन निकलने से पहले शेलर्स एसोसिएशन की बैठक माननीय पीयूष गोयल जी से जल्दी करवा दीजिए, ताकि उनका मसला कोई ना कोई हल हो सके, निकल सके।
और मैं चाहता हूं कि आप सक्षम आप कर सकते हो इसके लिए। मैं इस करके हिंदी च गल कीती है कि किते को कच ना रह जाए माड़ी मोटी कोई, कि जे मैं पंजाबी च गल कीती अद्धी समझ आ गई अद्धी ना समझ आई फिर मैं अपने आप को ठीक नहीं समझना। मैं कोई आप समझे नहीं जी, होका देना चौकीदार का काम आ जी, सोहना लगता जिहड़ी टोन च इलाके वाले समझते चौकीदार नूं उदां ही होका देना चाहिए। इस करके मैं तो अपना काम करना ही है सोढ़ी साहब, जे मैं ना दिता होका तो फिर मैं कासे जुगा नहीं है। मैनू पता बीकानेर तो आए उत्थे पंजाबी सारे बैठे हैं तो मेघवाल तो आप बहुत सोहनी पंजाबी बोल लेंदे है। मैं धन्नवादी हाँ तुहाडा सारिਆਂ ਦਾ कि तुसी बहुत ही वधिया कट कीता है। ਜ਼ਿਲ੍ਹਾ प्रधान साहब का उन्होंने समूची टीम का धन्नवाद करते हैं कि तुसी अज बड़ा मान दिता है। मेघवाल साहब तुहाडे तो इस गल की भी माफ़ी मंगते हैं कि अज ये छोटा जिहा कट एक सिलैक्टेड लोगों का कट कीता है। तुहाडी शान के मुताबिक असी कट तो नहीं कीता असी, लेकिन तुसी सानू समा दिओ, असी नकोदर शाहकोट ते इन्हां इलाकिਆਂ ਦੇ ਵਿੱਚ होर जगह ते तुहानू लिजाना चाहांगे, लैके जाना चाहांगे लोगों के ताकि तुसी मिल सको, उन्हां नज़दीक जा सको, उन्हां दी गलबात आपां सुन सकीए। किरपा करो साडे कोल आंदे रहा करो, सानू मिलते रहा करो, ताकि लोग तुहानू मिल के ज़्यादा खुश होणगे। और साडे लिए तो तुसी मोदी साहब हो ते साडे लिए तुसी अमित शाह जी हो, ਜਿਹੜੇ मसले तुसी साडे सुन लेने तुसी उन्हां नूं हल भी करवा लेना। मैं इस करके पटारा फैमिली का और खास करके बीजेपी की समुची इस जिला की टीम का सारे मंडल प्रधान ते जिहड़े साबका जिला प्रधान ते साबका मंडल प्रधान है उन्हों का भी धन्यवाद करता है कि सारे भैन भरावां ने इकट्ठे होकर अज इकट्ठ किया है। और मैं समझदा कि ये अपना परिवारक रिश्ता होर मजबूत होंदा है। सोहने तरीके नाल अगे चलांगे। बहुत बहुत धन्यवाद। वाहिगुरू जी का खालसा, वाहिगुरू जी की फतेह। भारत माता की जय। नकोदर वाले इन्ने ढिले कद तो हो गए बई। भारत माता की, भारत माता की। ਤੁਸੀਂ ਸਾਡੇ ਇਸ ਹਲਕੇ ਦੀਆਂ ਜਿਹੜੀਆਂ ਜਾਇਜ਼ ਮੰਗਾਂ ਨਾਲ ਮੰਤਰੀ ਸਾਹਿਬ ਨੂੰ ਰੂਬਰੂ ਕਰਾਇਆ। ਸਾਡੇ ਵਿੱਚ ਅੱਜ ਅਚੇਚੇ ਤੌਰ ਤੇ ਪੰਜਾਬ ਦੇ ਵਿੱਚ ਸਾਬਕਾ ਮੰਤਰੀ ਸ਼੍ਰੀ ਗੁਰਮੀਤ ਰਾਣਾ ਸੋਢੀ ਜੀ ਉਹ ਆਏ ਨੇ, ਉਹਨਾਂ ਦਾ ਬਹੁਤ ਬਹੁਤ ਸਵਾਗਤ। ਮੈਂ ਬੇਨਤੀ ਕਰਦਾ ਸਾਡੀ ਨਕੋਦਰ ਮੰਡਲ ਦੀ ਸਮੂਚੀ ਟੀਮ ਉਹ ਪੁਸ਼ਪ ਗੁੱਛਾ ਦੇ ਕੇ श्री सोढ़ी जी का स्वागत कर। मैं बेनती करना दित्ते भड़ारा जी, अरविंद चावला सैफी जी, धमान साहब, सुनील जी महलपुर तो और अजय बजाज जी, उन्होंने नाल राजा अरोड़ा जी शाहकोट तो वो भी आउन। और साडे विच अज डॉक्टर माली जी जो कि पंजाब के कार्यकारिणी मैंबर भी ने, वो भी अचेचे तौर पर आए हैं, उन्होंने भी बड़ा बड़ा स्वागत धन्यवाद। मैं कहना कि वो भी डॉक्टर माली भी मंच पर आन और इस डॉक्टर माली सो मैं बेनती करदा साडे पंजाब के जनरल सकत्तर श्री राजेश बाघा जी वो मंच पर आउन और पंजाब दे वास्ते जो पार्टी कार्यक्रम कर रही है साडे रूबरू करन। श्रीमान राजेश बाघा जी। बहुत ही सत्कारयोग साडे देश की शान भारत के कानून मंत्री श्री अर्जुन राम मेघवाल जी, साडी भारतीय जनता पार्टी के राष्ट्रीय कार्यकारिणी मैंबर साबका मंत्री सरदार गुरमीत सिंह राणा सोढ़ी जी, साडे इस जिले की इस बैठक की प्रधानगी कर रहे पंकज ढींगरा जी, इस लोक सभा च इलैक्शन लड़ चुके मेरा छोटा भरा इंद्रकमल अटवाल जी साबका MLA, इस जिले के प्रभारी साबका DGP RP मित्तल जी, भारत सरकार च व्यापार बोर्ड के मैंबर दिनेश सरपाल जी, भाजपा के व्यापार सैल के प्रधान, इस जिस परिवार च बैठे हैं पटारा परिवार समुचा परिवार ही मैं कह सकता भी जिहड़े बहुत देर तो लंबे समय तो सेवा करते हैं। मेरा छोटा वीर पटारा
ਡਾਕਟਰ ਥਿੰਦ ਜੀ, ਸੈਫੀ ਚਾਵਲਾ ਜੀ, ਸਾਡੇ ਰਿਆਜ਼ ਸਾਹਿਬ, ਨਾਲ ਕਾਲਾ ਭਲਵਾਨ ਜੀ, ਸਾਰੇ ਸਾਥੀਓ ਪਹਿਲਾਂ ਦੇ ਸਾਰਿਆਂ ਨੂੰ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈ ਸ਼੍ਰੀ ਰਾਮ, ਜੈ ਭੀਮ, ਜੈ ਭਾਰਤ। ਮੇਰੇ ਤੋਂ ਪਹਿਲਾਂ ਬਹੁਤ ਗੱਲਾਂ ਹੋਈਆਂ ਪੰਜਾਬ ਦੇ ਵਪਾਰੀਆਂ ਨੂੰ ਲੈ ਕੇ ਕਿ ਪੰਜਾਬ ਦਾ ਵਪਾਰੀ ਅੱਜ ਘਬਰਾਇਆ ਹੋਇਆ, ਬੱਚਿਆਂ ਨੂੰ ਬਾਹਰ ਭੇਜ ਰਿਹਾ, ਖਾਸ ਕਰਕੇ ਇਸ ਏਰੀਏ 'ਚ। ਅੱਜ ਵੀ ਜਲੰਧਰ ਗੋਲੀ ਚੱਲੀ ਹੈ, ਉਹ ਪੁਲਿਸ ਨਾਲ ਮੁੱਠਭੇੜ ਦਾ ਪਤਾ ਲੱਗਾ ਵੀ ਕੁਝ ਹੋਇਆ। ਆਏ ਦਿਨ ਕੋਈ ਦਿਨ ਇੱਦਾਂ ਦਾ ਖਾਲੀ ਨਹੀਂ ਜਿੱਦਣ ਕੁਛ ਨਾ ਕੁਛ ਵਾਰਦਾਤ ਨਾ ਹੋਵੇ। ਆਉਣ ਵਾਲੇ ਦਿਨਾਂ 'ਚ ਦੇਖੋਗੇ ਤੁਸੀਂ ਨਸ਼ੇ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਗਤੀਵਿਧੀਆਂ, ਜਿਹੜੇ ਨਸ਼ੇ ਦੇ ਸੌਦਾਗਰ ਆ ਉਹਨਾਂ ਨੂੰ ਫੜਨ ਵਾਸਤੇ ਕਈ ਕੁਛ ਹੋਊਗਾ। ਤੇ ਭਾਰਤੀ ਜਨਤਾ ਪਾਰਟੀ ਦੇ ਜਿੰਨੇ ਵੀ ਕਾਰਜਕਰਤਾ ਉਹਨਾਂ ਨੇ ਕਿਹਾ ਤੁਸੀਂ ਹਰ ਪਿੰਡ, ਹਰ ਤਹਿਸੀਲ 'ਚ ਜਾਓ ਤੇ ਲੋਕਾਂ ਨੂੰ ਅਵੇਅਰ ਕਰੋ, ਕਿਉਂਕਿ ਪੰਜਾਬ ਨੂੰ ਬਚਾਉਣ ਲਈ ਇੱਕੋ ਹੀ ਪਾਰਟੀ ਤੋਂ ਲੋਕਾਂ ਨੂੰ ਆਸ ਆ, ਉਹ ਭਾਰਤੀ ਜਨਤਾ ਪਾਰਟੀ ਹੈ। ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਪਾਰਟੀ ਦੇ ਨਾਤੇ ਕਿ ਕੋਈ ਵੀ ਸਮੱਸਿਆ ਪਾਰਟੀ ਦੇ ਪਲੇਟਫਾਰਮ ਤੇ ਅਸੀਂ ਰੱਖਾਂਗੇ ਤੇ ਉਹ ਤੁਹਾਡੀ ਡਿਮਾਂਡ ਕੇਂਦਰ ਤੱਕ ਜਾਊਗੀ। ਬੁਲਾਰੇ ਜਿਹੜੇ ਤੁਸੀਂ ਬੁਲਾਉਣਾ, ਮੰਤਰੀ ਜੀ ਨੂੰ ਬੁਲਾ ਕੇ ਤਾਂ ਆਪਾਂ ਜਲਦੀ ਸਮਾਪਤ ਕਰੀਏ, ਕਿਉਂਕਿ ਉਹਨਾਂ ਨੇ ਵੀ ਫਿਰੋਜ਼ਪੁਰ ਬਾਅਦ 'ਚ ਜਾਣਾ। ਇਸ ਕਾਰਨ ਸਾਰਿਆਂ ਨੂੰ ਇੱਕ ਵਾਰੀ ਫਿਰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ। ਜੈ ਸ਼੍ਰੀ ਰਾਮ। ਬਹੁਤ ਬਹੁਤ ਧੰਨਵਾਦ ਰਾਜੇਸ਼ ਬਾਗਾ ਜੀ। ਰਾਜੇਸ਼ ਬਾਗਾ ਜੀ ਸਾਡੇ ਹਮੇਸ਼ਾ ਹੀ ਮਾਰਗਦਰਸ਼ਕ ਰਹੇ ਨੇ। ਸਾਡੇ ਵਿੱਚ ਅਚੇਚੇ ਤੌਰ ਤੇ ਅੱਜ ਸਾਡੇ ਹੀ ਸੱਦੇ ਦੇ ਉੱਤੇ ਇਹ ਸਾਡੀ ਨਗਰ ਕੌਂਸਲ ਦੇ ਪ੍ਰਧਾਨ ਨਵਨੀਤ ਨੀਤਾ ਐਰੀ ਜੀ ਆਏ ਨੇ। ਉਹਨਾਂ ਦਾ ਮੈਂ ਬੜਾ ਸਵਾਗਤ ਅਤੇ ਧੰਨਵਾਦ ਕਰਦਾ। ਉਹਨਾਂ ਦੇ ਨਾਲ ਰਮੇਸ਼ ਸੋਂਦੀ ਜੀ MC ਸਾਹਿਬ, ਅਮਰਜੀਤ ਜੀ ਥਾਪਾ ਜੀ, ਬਲਦੇਵ ਬੱਬੂ ਜੀ, ਮੇਜਰ ਸਿੰਘ ਜੀ ਸ਼ੰਕਰ ਤੋਂ। ਸੋ ਮੈਂ ਬੇਨਤੀ ਕਰਦਾ ਕਿ ਨਗਰ ਕੌਂਸਲ ਨਕੋਦਰ ਵੱਲੋਂ ਨਵਨੀਤ ਨੀਤਾ ਜੀ ਤੇ ਉਹਨਾਂ ਦੀ ਸਾਰੀ ਟੀਮ ਅੱਜ ਕਾਨੂੰਨ ਮੰਤਰੀ ਸ਼੍ਰੀ ਅਰਜੁਨ ਮੇਘਵਾਲ ਜੀ ਦਾ ਲੋਹੀ ਦੇ ਕੇ ਸਵਾਗਤ ਕਰਨਗੇ। ਉਹਨਾਂ ਦੇ ਨਾਲ ਰਮੇਸ਼ ਸੋਂਦੀ ਜੀ, ਅਮਰਜੀਤ ਥਾਪਰ ਜੀ, ਬਲਦੇਵ ਬੱਬੂ ਜੀ, ਮੇਜਰ ਸਿੰਘ ਜੀ ਔਰ ਡਾਕਟਰ ਮਾਲੀ ਜੀ ਜਲਦੀ ਪੂਰਾ ਕਰਨ ਦੇ ਵਿੱਚ ਯੋਗਦਾਨ ਪਾਈਓ। ਔਰ ਮੈਂ ਸਾਡੀ ਲੋਕਲ ਟੀਮ ਨੂੰ ਇੱਥੇ ਹੀ ਇਹ ਵੀ ਕਹਾਂਗਾ ਕਿ ਨਵਨੀਤ ਨੀਤਾ ਹੈਰੀ ਜੀ ਦਾ ਵੀ ਸਵਾਗਤ ਉਸ ਪੁੱਛਾ ਦੇ ਕੇ ਆਪਾਂ ਕਰੀਏ, ਕਿਉਂਕਿ ਸਾਡੇ ਨਗਰ ਕੌਂਸਲ ਦੇ ਪ੍ਰਧਾਨ ਨੇ। ਨਕੋਦਰ ਮੰਡਲ ਦੀ ਟੀਮ। ਇਸ ਤੋਂ ਬਾਅਦ ਮੈਂ ਬੇਨਤੀ ਕਰਦਾ ਹੁਣ ਮੈਂ ਬੜੇ ਅਦਬ ਅਤੇ ਸਤਿਕਾਰ ਨਾਲ ਬੜੀ ਨਿਮਰਤਾ ਸਹਿਤ ਬੇਨਤੀ ਕਰਾਂਗਾ ਸਾਡੇ ਕੇਂਦਰੀ ਮੰਤਰੀ ਜਿਨ੍ਹਾਂ ਦਾ ਅੱਜ ਆਪਾਂ ਬੜੇ ਇੰਤਜ਼ਾਰ ਕਰਦੇ ਰਹੇ ਹਾਂ, ਉਹ ਮੰਚ ਤੇ ਆਉਣ ਔਰ ਸਾਡੇ ਨਾਲ ਰੂਬਰੂ ਹੋਣ। ਕੇਂਦਰੀ ਮੰਤਰੀ ਅਰਜੁਨ ਮੇਘਵਾਲ ਜੀ। क्या छोटी जी, क्या लेने आ गए क्या हैं? बोले सो निहा। अब छोटी जी लेने आ गए तो फिर भाषण भी कम देना पड़ेगा। और अपनी बात जो इनके सवाल है उनका सवाल तो मेरे पास है, दूसरे भी कुछ विषय इनके पास आए हैं, कुछ खाने की तैयारी भी लोग कर रहे हैं। आदित्य जी के घर पे कुछ आगे कार्यक्रम, चाय आप पिलाओगे ही ना इधर?
आज के इस कार्यक्रम में हमारे बीजेपी के जनरल सेक्रेटरी राजेश बग्गा जी, हमारे इंद्र अटवाल जी जिन्होंने अभी लोकसभा का बाई इलेक्शन लड़ा, पंकज दीगरा जी जो हमारे जिलाध्यक्ष हैं, जिला प्रधान, हमारे दिनेश जी व्यापार प्रकोष्ठ के प्रदेश के अध्यक्ष, मित्तल साहब प्रभारी जिले के, बजाज जी मोर्चे के सभी अध्यक्ष, मंडल के अध्यक्ष, व्यापारी वर्ग, संस्थाओं के प्रमुख, मेयर साहब, मंजीत जी, प्रबुद्ध वर्ग, मीडिया साथी और गुरमीत जी। देखिए, मुझे कोई लंबी बात नहीं करनी, मुझे 9 साल बेमिसाल इस विषय पे कई प्रेस भी कर ली, कुछ लोगों से बात भी कर ली। यहाँ 2-3 विषय आए हैं जिनको मैं टच करूंगा। जैसे इंद्र अटवाल जी ने कहा कि यहाँ के मुख्यमंत्री कुछ भी कानून पास कर देते हैं। वो हो सकता है कि सस्ती लोकप्रियता हासिल करने के लिए करते होंगे। कानून विधानसभा में पास होना, उसके बाद उसकी राज्यपाल की मंजूरी मिलना, अगर वो सेंट्रल स्टेट रिलेशन से संबंधित कानून है तो उसकी राष्ट्रपति से मंजूरी मिलना। जब तक ये सब नहीं होता है तो वो कानून कोई मायने नहीं रखता है। इसलिए पहले चीज तो ये आपको ध्यान रखना। हो सकता है he can get a popularity, I have done it, लेकिन इसका लीगल स्टेटस नहीं है ना कुछ। अब उसमें आपने 2 कानूनों का जिक्र किया, मैं जरूर इस पे नोट लूंगा और जरूरत पड़ने पे राज्यपाल महोदय से भी, इंदर जी, जरूरत पड़ने से राज्यपाल महोदय से भी रिपोर्ट मांगेंगे, ठीक है ना। दूसरा विषय आपने रखा सेलर एसोसिएशन का, तो आप समस्याओं का समाधान चाह रहे हो, मतलब पीयूष गोयल जी मिलेंगे तब होगा या पहले हो जाए तो क्या दिक्कत है? पहले हो जाए तो वो लाओ, पहले करा देंगे भाई। पीयूष गोयल जी बीच में बाहर गए हुए थे, अभी जैसे कुछ जिले मुझे यहाँ दिए हुए हैं, पीयूष गोयल जी को भी राजस्थान में, जैसे जयपुर है उनके पास, वो 2-3 दिन से जयपुर में है, लेकिन फिर भी मुलाकात भी कराएंगे। लेकिन अगर कोई मेमोरेंडम मिलेगा मुझे तो हो सकता है दूसरे-तीसरे दिन समाधान भी करा देंगे, जैसे दिनेश जी कह रहे थे। धन्यवाद करने आ जाना। आए हुए हैं क्या सेलर एसोसिएशन से लोग? कुछ यहाँ आए हुए तो ज्ञापन दीजिए। मुझे बताया गया कुछ एडवोकेट भी आए हुए हैं क्या? एडवोकेट चलेगा तो यहाँ बार एसोसिएशन होगी नियर से, तो बार एसोसिएशन को भी कहो यहाँ कोई डिमांड है तो बताइए। उनका भी, मित्तल साहब आप तो जुड़े हुए हो तो उनसे कहिए क्या है विषय। अगर बार एसोसिएशन का कुछ वकीलों की कोई समस्या है, उनका कोई इंफ्रास्ट्रक्चर बढ़ाना है, उनके कुछ चैम्बर ठीक करने हैं, हाँ वो हमारे से संबंधित ही है। सीधा ही सीधे वाला पहला करो ताकि जल्दी निर्णय हो। लगे भाई मंत्री जी आए थे, ये हो गया। दूसरा विषय, यहाँ व्यापारी बैठे हैं सारे से, ऐसा मुझे लग रहा है। बाकी तो मातृशक्ति है, यहाँ व्यापारी मातृशक्ति भी हो सकती है। व्यापारी बैठे हैं ना, हाँ एक डॉक्टर साहब भी आए थे, मालिक साहब, वो उधर बैठे होंगे, यहाँ बैठे हैं। डॉक्टर क्या आप सिविल सर्जन, वेरी गुड। क्या है ये नेशनल मेडिकल कमीशन के बाद सब ठीक है यहाँ, या उसमें भी कुछ आप कोई सुधार चाहते हो? उसको पास कराएं, ठीक है? नहीं ठीक है। क्लिनिकल, हाँ जी, वो क्लिनिकल एस्टेब्लिशमेंट बिल जो बहुत सालों से पेंडिंग पड़ा हुआ है, ठीक है, वो लोगों की नोटेड। और कोई किसी को ये मेडिकल सेक्टर में कुछ कहना? थैंक यू। संवाद ही कर लेते हैं, छोटी जी संवाद कर लेते हैं ताकि आपका काम भी, क्योंकि आप समाचार दे रहे हो भैया, हम आ रहे हैं रवाना लेकर के आ रहे हैं। सर तो मेडिसिन है कोई भी अपनी है मार्केट में, अगर वो 50 रुपए की है तो उसमें 500 रुपए का MRP लिखा हुआ है।
तो क्या करें लेने वाला, क्या उसको लेस मिलेगा, क्या जन औषधि केंद्र है यहाँ पे, बंद हो गया, खोला जा सकता है तो खोल देते हैं। आपके कार्यकर्ता तैयार करो, जन औषधि केंद्र खोल देते हैं, ये समस्या समाधान कर देते हैं। तो वो तो हो जाएगा जी। हाँ मैडम सही, वो आगे करेंगे, वो अलग है, पहले टेम्परेरी जो तुरंत इलाज तो करें। और कोई ग्रुप आया हुआ है बुद्धिजीवी खड़े हुए, व्यापारियों का विषय तो है ही, आपका दूसरा विषय वैसे आप तो संचालन कर रहे थे। हाँ हाँ बोल लो आप, ज्यादा ठीक रहेगा ना, बोथ वे संपर्क हो जाएगा ना, वन वे नहीं रहेगा। हाँ एक डिमांड आई है, ठीक, मैं एक मिनट पहले बोल दूं। एक डिमांड आई है कि भी नकोदर से जो यात्री रेल में जाना चाहते हैं वो जलंधर होकर के जाते हैं दिल्ली, क्यों, यही है ना विषय। तो यहाँ लाइन तो है ही, आप चाह रहे हो कि ट्रेन यहाँ से डायरेक्ट चले, इतने यात्री मिल जाएंगे, सर्वे करा लें। अगर यात्री मिल जाएंगे, सर्वे में फिजिबिलिटी रिपोर्ट ठीक आ गई या ठीक करानी पड़ेगी, तो आपको क्या, आप सबको लगता है ठीक है क्या बगैर ये डिमांड ही रोके, पहले चलती थी, इसको चालू कराया जाए। अब बजा साहब चालू कराया जाए क्या? धनबाद को जाती है, यहाँ से धनबाद जाती है, बोलो तो सही, चालू कराए। डिमांड इतने लोग मिलेंगे पक्का। चलो आप इस रेल मंत्री जी से काम कराते हैं, अश्विनी जी से आपका ये काम, ये बड़ा काम है ना आपका, पब्लिक का काम। वो दूसरा विषय वैसे वो रिलीफ वाला सर, आप कुछ बोलिए सर। व्यापारी वर्ग सारी उम्र टैक्स देता है जी, उसके ये तो उसको कुछ नहीं मिलता। जब कोरोना भी आया किसी को कोई रिबेट नहीं मिली, उसका क्या कसूर है जो सारी उम्र टैक्स देता है, उसके बदले में जब वो एज हो जाता है उसने कुछ ना कुछ मिलना चाहिए। कोई ऐसा सिस्टम सेट करिए जितना उसने टैक्स किया जैसे बाहर ने बिल्कुल मिलता है परसेंटेज उसको मिले। आज तक देखिए बीजेपी जो है ना मिडिल क्लास की पार्टी है, मिडिल क्लास के लिए बीजेपी क्या कर रही है ये बताइए। देखिए वो तो बहुत सी चीजें कर रही है, कब इस विषय में पूरी सेमिनार करेंगे, इलेक्ट्रिक व्हीकल से लेकर के आपके बिलों पे लेकर के सेमिनार करेंगे, एमएसएमई सेक्टर को लेकर के, क्रेडिट को लेकर के, आपका इनकम टैक्स के रिफंड को लेकर के, कभी अलग अलग से सैकड़ों काम किए हैं, वो बताएंगे। आप चाहते हो कि टैक्स रिलीफ नहीं, बस इतना ही विषय है, बाकी तो काम बहुत किए। अब इनका तो विषय है वो ये, मुझे लगता है दिनेश जी आपको ध्यान होगा, ये चाहते हैं कि व्यापारी वर्ग को भी पेंशन मिले रिटायरमेंट के बाद, यही विषय मैं समझ पाया हूँ। तो ये व्यापारी कल्याण बोर्ड के पास शायद पेंडिंग है, हरियाणा में भी पेंडिंग है, यूपी में पेंडिंग, चर्चा हो रही है। आपने इनपुट दिया, आप धन्यवाद। हम भी इस विषय पे आगे चर्चा करेंगे कि व्यापारी वर्ग से ये डिमांड आती है, कैसे करेंगे, इम्प्लीमेंटेशन कैसे होगा, क्या होगा, थोड़ा आप और डिटेल लिख के देंगे तो ज्यादा बेटर रहेगा। और कोई बात जी बोलिए, माइक ले लो आप। सर एक और डिमांड हमारे किसान भाइयों की है, राजेंद्र सिंह नाथिया जी मेरे साथ है, वो कहते हैं कि किसानों का अगर कर्जा माफ किया जाता है तो उससे व्यापारी वर्ग जो है वो सुरक्षित हो जाता है। नाथिया साहब अपनी बात रखने चाहते हैं, प्लीज। बहुत ही सत्कारयोग कानून मंत्री साहब ਤੁਹਾਨੂੰ ਨਕੋਦਰ ਆਇਆ ਜੀ ਆਖਦੇ ਆ। ਮੈਂ ਕਿਸਾਨਾਂ ਵੱਲੋਂ ਸਾਰੇ ਹੀ ਦੁਆਬੇ ਦੇ ਕਿਸਾਨ ਤੇ ਪੰਜਾਬ ਦੇ ਕਿਸਾਨਾਂ ਵੱਲੋਂ ਜੋ ਛੋਟੇ ਕਿਸਾਨ ਆ ਉਹਨਾਂ ਨੂੰ ਸਿਰਫ 2 ਲੱਖ ਦੀ ਭਾਵੇਂ ਮਾਫੀ ਮਿਲ ਜਵੇ, ਜੇ ਕਿਸਾਨ ਖੁਸ਼ਹਾਲ ਆ ਤੇ ਵਪਾਰੀ ਖੁਸ਼ਹਾਲ ਆ। ਅੱਜ ਚੱਲੀ ਸੀ ਗੱਲ ਸੈਲਰਾਂ ਦੀ, ਸੈਲਰਾਂ ਤੇ ਜੀਰੀ ਆਉਣੀ ਹੈ ਤੇ ਕਿਸਾਨ ਨੇ ਪੈਦਾ ਕਰਨੀ ਆ। ਇਸ ਕਰਕੇ ਛੋਟੇ ਕਿਸਾਨ ਪੰਜਾਬ ਦੇ ਵਿੱਚ ਬਹੁਤ ਖੁਦਕੁਸ਼ੀਆਂ ਵੀ ਕਰ ਰਹੇ ਆ ਤੇ ਇਸ ਕਰਕੇ ਸਾਨੂੰ ਝਾੜੂ ਦੀ ਸਰਕਾਰ ਤੋਂ, ਆਮ ਆਦਮੀ ਪਾਰਟੀ ਤੋਂ ਕੋਈ ਆਸ ਨਹੀਂ ਤੇ ਸੈਂਟਰ ਦੀ ਸਰਕਾਰ ਤੋਂ ਸਾਨੂੰ ਆਸ ਆ ਜੀ। ਇੰਨਾ ਕੁਝ ਕਹਿੰਦੇ ਖਬਰ ਜੱਜ ਵਾਹਿਗੁਰੂ ਜੀ का खालसा वाहिगुरु जी की फतेह। देखिए मोदी जी के इस 9 साल के शासन में अब एक बुक मिली होगी आपको, अगर आप देखेंगे बता कि किसानों के लिए कितने काम किए होंगे। मेरे ख्याल में बीज से लेकर के बाजार तक कोई सेक्टर छोड़ा नहीं, इम्पावर्ड करने की एक कंसेप्ट। फिर भी आपने अपनी बात रखी, धन्यवाद आप उसके लिए, हम आपकी बात का ऊपर तक पहुंचाएंगे। लेकिन हर सेक्टर में काम किया जी, कोई ऐसा सेक्टर बचा ही नहीं जिसमें मोदी जी ने काम नहीं किया, होलिस्टिक अप्रोच से किया है। और कोई माननीय मंत्री जी हमारे यहाँ एक और ये दार्शनिक का पता चल रहा है, क्या क्या चल रहा है फील्ड में, इसका पता चल रहा है। राम वेलफेयर क्लब एक उपस्थित है सर। दार्शनिक समझ रहे हो क्या कि 3 तार की दार्शनिक है, 2 तार की है कि क्या मिठाई कैसी बनेगी है? तार देख रहे हैं, चलिए
सर मेरे राम वेलफेयर एक एसोसिएशन है, उन्होंने एक मुद्दा रखा है कि जो हाल ही में साउथ से एक नई फिल्म आदि पुरुष रिलीज हुई है, उसमें पिक्चर का चित्र, उस पिक्चर के डायलॉग्स और जो भी चीजें हैं वो हिंदू समाज के लिए बहुत आपत्तिजनक है। हम भारतीय जनता पार्टी के द्वारा, जो कि जनता पार्टी ने पूरे विश्व में अपने झंडे गाड़े हैं, ये विषय जो है ये बहुत महत्वपूर्ण और संवेदनशील विषय है। इस विषय में आप जरूर कोई समाधान करें, क्योंकि नकोदर एक पवित्र नगरी है और इसमें अगर हम भगवान राम का सम्मान नहीं करते तो हम बहुत पीछे रह जाते हैं। यही सरकार है जो भगवान राम का सम्मान कर रही है भाई। अयोध्या में बड़ा मंदिर बन रहा है। देखिए, फिर भी जो आपने अपनी बात कही है, सेंसर बोर्ड के पास ये विषय अभी निर्णय के लिए पेंडिंग है। कुछ लोगों ने सुझाव दिए, कुछ लोगों ने फिल्म देखी, उन्होंने सुझाव दिए, शायद फिल्म निर्माता भी इसमें लिबरल हुए हैं। विषय चल रहा है, आपके ध्यान में आएगा, जल्दी इस पर निर्णय भी होगा। और बताइए भाई साहब, चले फिर भारत माता की जय करें। हेलो सर जी, एक मिनट। सर जी, मैं स्क्रैप का काम करता वा, और ਇੱਥੋਂ ਦੀ ਜਿਹੜੀ ਸਰਕਾਰ ਆ, ਪੰਜਾਬ ਸਰਕਾਰ, ਸਾਨੂੰ ਨੇ ਮਾਫੀਆ ਦੇ ਹੱਥ ਚ ਕਰਤਾ ਵਾ। ਅਸੀਂ ਸਰਕਾਰ ਮਤਲਬ ਬਿਨਾਂ GST ਤੋਂ ਮਾਲ ਵੇਚਣ ਨੂੰ ਮਜਬੂਰ ਹਾਂ। ਅਸੀਂ GST ਤੇ ਮਾਲ ਨਹੀਂ ਦੇ ਸਕਦੇ। 1 ਲੱਖ ਕਰੋੜ ਦਾ ਘੱਟੋ ਘੱਟ ਘਾਟਾ ਵਾ। ਤੇ GST में क्या चाहते हो? ਅਸੀਂ ਚਾਹੁੰਦੇ ਆ ਵੀ ਕਿਹੜਾ ਮਾਲ ਵਾ ਸਾਡਾ GST ਸਾਡੇ ਕੋਲ ਨੰਬਰ ਆ, ਅਸੀਂ GST ਤੇ ਵੇਚ ਸਕੀਏ ਕਿ ਉਹ ਅਸੀਂ ਮਾਫੀਆ ਤੋਂ ਬਾਹਰ ਨਿਕਲੀਏ, ਜਦ ਕਿ ਅਸੀਂ ਮਾਫੀਆ ਦੇ ਹੱਥ ਦੀ ਕੱਟ ਪੁੱਤਰੀ ਬਣੇ ਹੋਏ ਨੇ। माफिया तंग करता है GST में, दे दी हमने, जवाब देना, बात करेंगे। अदिति जी चाय पिलाओगे क्या? बोलिए भारत माता की, भारत माता की। भाजी पीछे करियो कैमरा। हाँ जी, ये तो जी पीछे करो जी।